ਵਾਹਿਗੁਰੂ ਸਾਹਿਬ ਜੀ। ਸਗਲ ਗੁਨਾਹ ਕੇ ਦਾਤੇ ਸੁਆਮੀ, ਬਿਨੋ ਸੁਨੋ ਇੱਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀਅੜਾ ਬਲ ਬਲ ਕੀਨਾ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਅੰਧਲੇ ਤਿਰ ਭਵਨ ਸੂਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਐਸੀ ਭਗਤ ਗੋਬਿੰਦ ਕੀ, ਕੀਟ ਹਸਤੀ ਜੀਤਾ। ਜੋ ਜੋ ਕੀਨੋ ਆਪਣੋ, ਤਿਸ ਅਭੈ ਦਾਨ ਦੀਤਾ। ਸਿੰਘ ਬਿਲਾਈ ਹੋਏ ਗਇਓ, ਤ੍ਰਿਣ ਮੇਰ ਦਖੀਤਾ। ਸ਼ਰਮ ਕਰਤੇ ਦਮ ਆਡ ਕੋ, ਤੇ ਗੁਣੀ ਧਨੀਤਾ। ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਸੁਖਾ ਹੋਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ, ਜਨਮ ਮਰਨ ਦੁਖ ਜਾਏ। ਹੋਵੈ ਸਿਵਤੁਖ ਸਮ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਬਾਣੀ ਬੇਣੀ ਜਿਉ ਕੀ। ਇੱਕ ਓੰਕਾਰ
ਸਤਿਗੁਰ ਪ੍ਰਸਾਦ। ਇੜਾ ਪਿੰਗਲਾ ਔਰ ਸੁਖਮਨਾ, ਤੀਨ ਬਸਾ ਇਕ ਠਾਈ। ਬੇਣੀ ਸੰਗਮ ਤੈ ਪ੍ਰਾਗ, ਮਨ ਮੰਜਨ ਕਰੇ ਤਿਥਾਈ। संतो तहाँ निरंजन राम है, गुरगम चीन बिरला कोई। तहाँ निरंजन रमैया होए, इड़ा पिंगला और सुखमना, तीन बस है एक ठाई। वाहिगुरु जी का खालसा, वाहिगुरु जी की फतेह। पतत पावन सतगुरु गरीब नवाज। गुरु ग्रंथ साहिब महाराज साहब जियां दी चरण शरण अंदर सुभाएमान हो रही गुरु की संगत। आप संगत ने सतगुरां दे दरबार विच अंम੍ਰਿਤ ਵੇਲੇ ਤੋਂ ਹਾਜ਼ਰੀ ਭਰਦਿਆਂ ਹੋਇਆ ਸਤਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਨਿਤਨੇਮ ਦੀਆਂ ਬਾਣੀਆਂ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਇਸ ਵੇਲੇ ਸਤਿਗੁਰੂ ਜੀ ਸਾਨੂੰ ਲੜੀਵਾਰ ਕਥਾ ਦੀ ਦਾਤ ਦੇ ਨਾਲ ਨਿਹਾਲ ਕਰ ਰਹੇ ਨੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਬਾਣੀ ਬੇਣੀ ਜਿਉ ਕੀ। ਰਾਮ ਕਲੀ ਰਾਗ ਹੈ। ਸਤਿਗੁਰਾਂ ਦੇ ਭਗਤ ਬੇਣੀ ਜੀਆਂ ਦਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 3 ਸ਼ਬਦ ਇਸ ਭਗਤ ਦੇ ਆਏ ਨੇ। ਪਹਿਲਾ ਸ਼ਬਦ ਸ੍ਰੀ ਰਾਗ ਦੇ ਅੰਦਰ ਹੈ, ਦੂਜਾ ਸ਼ਬਦ ਇਹ ਰਾਮਕਲੀ ਰਾਗ ਦੇ ਵਿੱਚ ਹੈ ਜਿਹੜਾ ਆਪਾਂ ਸਰਵਣ ਕਰ ਰਹੇ ਹਾਂ, ਅਤੇ ਤੀਜਾ ਸ਼ਬਦ ਜੋ ਹੈ ਉਹ ਅੱਗੇ ਪ੍ਰਭਾਤੀ ਰਾਗ ਦੇ ਵਿੱਚ ਜਾ ਕੇ ਬਖਸ਼ਿਸ਼ ਹੋਵੇਗਾ। ਸੋ ਇਹ ਸ਼ਬਦ ਭਗਤ ਬੇਣੀ ਜੀਆਂ ਦਾ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 974 ਅੰਗ ਦੇ ਉੱਪਰ ਇਹ ਪ੍ਰਾਪਤ ਹੋ ਰਿਹਾ ਹੈ, ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪ੍ਰਮਾਤਮਾ ਨਿਰੰਕਾਰ ਪਰਮੇਸ਼ਰ ਇੱਕ ਹੈ। ਉਸ ਇੱਕ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਭਗਤ ਜੀਆਂ ਦੇ ਕੋਲ ਕਿਸੇ ਨੇ ਆ ਕੇ ਸਵਾਲ ਕੀਤਾ ਸੀ, ਦੇਵ ਸਥਾਨੇ ਕਿਆ ਨਿਸ਼ਾਨੀ। ਭਗਤ ਜੀ ਇਹ ਕਿਰਪਾ ਕਰਕੇ ਦੱਸੋ ਵੀ ਹਠ ਯੋਗ ਕੀ ਹੈ ਅਤੇ ਭਗਤੀ ਯੋਗ ਕੀ ਹੈ। ਅਤੇ ਭਗਤ ਜੀਆਂ ਨੇ ਸ਼ਬਦ ਵਿੱਚ ਕੱਲ੍ਹ ਆਪਾਂ ਵਿਚਾਰ ਸਰਵਣ ਕੀਤੀ ਹੈ ਕਿ ਹਠ ਯੋਗ ਬਾਰੇ ਦੱਸਿਆ ਸੀ। ਅੱਜ ਇਸੇ ਸ਼ਬਦ ਨੂੰ ਦੁਬਾਰਾ ਫਿਰ ਸਰਵਣ ਕਰ ਰਹੇ ਹਾਂ। ਇਹਦੇ ਵਿੱਚ ਹੁਣ ਭਗਤੀ ਯੋਗ ਜਿਹੜਾ ਹੈ ਉਹ ਸਾਨੂੰ ਦੱਸਣਗੇ। ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦਾ ਸਿਧਾਂਤ ਹੈ। ਸੋ ਇਹ ਭਗਤੀ ਯੋਗ ਜਿਸ ਦਾ ਮੁੱਖ ਇਹ ਸਤ ਸੰਗਤ ਹੈ। ਸਤ ਸੰਗਤ ਇਹ ਸਥਾਨ ਭਗਤੀ ਯੋਗ ਦਾ ਮੁੱਖ ਸਥਾਨ ਹੈ ਜਿੱਥੇ ਬੈਠ ਕੇ ਭਗਤੀ ਹੁੰਦੀ ਹੈ। ਇਹ ਸਤ ਸੰਗਤ ਹੈ। ਹਰ ਇੱਕ ਗੁਰਸਿੱਖ ਨੂੰ ਸਤ ਸੰਗਤ ਕਰਨੀ ਚਾਹੀਦੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਡਭਾਗੀ ਹਰ ਪ੍ਰਭ ਸੰਗਤ ਵਡਭਾਗੀ ਹਰ ਸੰਗਤ ਪਾਵੈ। ਇਹ ਬਚਨ ਗੁਰਬਾਣੀ ਦੇ ਹਰੇਕ ਗੁਰਸਿੱਖ ਨੂੰ ਸੰਗਤ ਕਰਨ ਦਾ ਹੁਕਮ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ 52 ਹੁਕਮ ਜਦੋਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਖਾਲਸੇ ਨੂੰ ਬਖਸ਼ਿਸ਼ ਕੀਤੇ, ਉਹਨਾਂ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਮਹਾਰਾਜ ਨੇ ਇਹ ਬਖਸ਼ਿਆ ਸੀ ਕਿ ਮੇਰਾ ਸਿੱਖ ਸਤ ਸੰਗਤ ਕਰੇ। ਜਿੱਥੇ ਕੀਰਤਨ ਹੋਵੇ, ਕਥਾ ਹੋਵੇ, ਉੱਥੇ ਦਰਬਾਰ ਦੀ ਹਾਜ਼ਰੀ ਜ਼ਰੂਰ ਭਰੇ। ਹਰ ਰੋਜ਼ ਦਾ ਇਹ ਨਿਯਮ ਹੋਵੇ, ਇਹ ਮਰਿਆਦਾ ਹੋਵੇ। ਗੁਰਮੁਖੋ ਸਤ ਸੰਗਤ ਵਿੱਚ ਸਾਨੂੰ ਉਤਸ਼ਾਹ ਪ੍ਰਾਪਤ ਹੁੰਦਾ ਹੈ।
ਸਤ ਸੰਗਤ ਵਿੱਚੋਂ ਸਾਨੂੰ ਗੁਰਮਤਿ ਦੀ ਗੱਲ ਪ੍ਰਾਪਤ ਹੁੰਦੀ ਹੈ। ਕਿਸੇ ਟਾਈਮ ਜ਼ਿੰਦਗੀ ਵਿੱਚ ਕੋਈ ਢੈਂਦੀ ਕਲਾ ਦਾ ਸਮਾਂ ਆ ਜਾਵੇ ਅਤੇ ਅਸੀਂ ਸੰਸਾਰ ਵੱਲੋਂ ਟੁੱਟ ਜਾਂਦੇ ਹਾਂ, ਡਰ ਜਾਂਦੇ ਹਾਂ, ਜਾਂ ਨਿਵਾਣ ਵਾਲੇ ਪਾਸੇ ਨੂੰ, ਨੀਵੇਂ ਪਾਸੇ ਨੂੰ ਤੁਰ ਪਈਦਾ ਦੂਜੇ ਸੰਸਾਰੀ ਲੋਕਾਂ ਵੱਲ ਵੇਖ ਕੇ। ਪਰ ਸੰਗਤ ਵਿੱਚ ਆ ਕੇ ਸਾਨੂੰ ਉਤਸ਼ਾਹ ਪ੍ਰਾਪਤ ਹੁੰਦਾ ਹੈ, ਸਾਨੂੰ ਬਲ ਪ੍ਰਾਪਤ ਹੁੰਦਾ ਹੈ, ਸਾਨੂੰ ਇੱਥੋਂ ਸਿੱਖਿਆ ਵੀ ਪ੍ਰਾਪਤ ਹੁੰਦੀ ਹੈ ਔਰ ਚੜ੍ਹਦੀ ਕਲਾ ਦਾ ਬਚਨ ਜਿਹੜਾ ਉਹ ਸੰਗਤ ਵਿੱਚੋਂ ਮਿਲਦਾ ਹੈ। ਇਸ ਕਰਕੇ ਸੰਗਤ ਕਰਨੀ ਜ਼ਰੂਰੀ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੁਕਮਾਂ ਦੇ ਵਿੱਚ ਇਹ ਬਚਨ ਕੀਤਾ ਕਿ ਮੇਰਾ ਸਿੱਖ ਸਤ ਸੰਗਤ ਜ਼ਰੂਰ ਕਰੇ, ਕਥਾ ਜਾਂ ਕੀਰਤਨ ਦਰਬਾਰ ਵਿੱਚ ਬੈਠ ਕੇ ਸਰਵਣ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ। ਕਹਿਣ ਲੱਗੇ ਭਾਈ ਹਠ ਯੋਗ ਤੋਂ ਬਾਅਦ ਹੁਣ ਭਗਤੀ ਯੋਗ ਆਪਾਂ ਬਖਸ਼ਿਸ਼ ਕਰਾਂਗੇ, ਅਤੇ ਭਗਤੀ ਯੋਗ ਦੇ ਵਿੱਚ ਸਭ ਤੋਂ ਮੁੱਖ ਹੈ ਸਤ ਸੰਗਤ। ਹਰ ਗੁਰਸਿੱਖ ਨੂੰ ਸੰਗਤ ਕਰਨੀ ਚਾਹੀਦੀ ਹੈ ਅਤੇ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ। ਇਹ ਗੁਰੂ ਦਾ ਸਿਧਾਂਤ ਹੈ ਅਤੇ ਸਾਨੂੰ ਇਹ ਸ਼ਬਦ ਜਿਹੜਾ ਹੈ ਉਹ ਬਖਸ਼ਿਸ਼ ਕਰਦੇ ਹਨ। ਦੇਵ ਸਥਾਨੈ ਕਿਆ ਨਿਸ਼ਾਨੀ। ਭਗਤ ਜੀ ਨੂੰ ਪੁੱਛਿਆ, ਭਗਤ ਜੀ ਦੇਵ ਸਥਾਨ ਹੈ, ਇਹ ਜੋ ਸਤ ਸੰਗਤ ਰੂਪੀ ਸਥਾਨ ਹੈ ਇਹਦੀ ਨਿਸ਼ਾਨੀ ਕੀ ਹੈ, ਕਿਰਪਾ ਕਰਕੇ ਦੱਸੋ। ਸੋ ਇਹ ਸਾਡਾ ਇੱਕ ਸਵਾਲ ਹੈ ਕਿ ਦੇਵ ਸਥਾਨ ਜੋ ਇਹ ਸਤ ਸੰਗਤ ਰੂਪੀ ਸਥਾਨ ਹੈ, ਕਿਆ ਨਿਸ਼ਾਨੀ, ਇਹਦੀ ਨਿਸ਼ਾਨੀ ਕੀ ਹੈ, ਤੇ ਬਚਨ ਬਖਸ਼ਦੇ ਹਨ। ਬਾਜੇ ਸ਼ਬਦ ਅਨਾਹਦ ਬਾਣੀ। ਭਗਤ ਜੀ ਕਹਿਣ ਲੱਗੇ ਭਾਈ ਸਤ ਸੰਗਤ ਦੇ ਵਿੱਚ ਪ੍ਰਤੱਖ ਵਾਜੇ ਵੱਜਦੇ। ਜਿਵੇਂ ਹੁਣੇ ਆਪਾਂ ਕੀਰਤਨ ਸਰਵਣ ਕੀਤਾ ਹੈ ਨਾ, ਗੁਰਮੁਖਾਂ ਦੀ ਰਸਨਾ ਤੋਂ ਹਾਰਮੋਨੀਅਮ ਦਾ ਜਿਹੜਾ ਸਾਜ਼ ਆਪਾਂ ਸੁਣਿਆ ਹੈ, ਤਬਲਾ ਵੱਜਦਾ ਸੁਣਿਆ, ਨਾਲ ਆਪਾਂ ਗੁਰੂ ਦਾ ਸ਼ਬਦ ਸੁਣਿਆ ਹੈ। ਭਗਤ ਜੀ ਕਹਿਣ ਲੱਗੇ ਸੰਗਤ ਦੀ ਪਹਿਲੀ ਨਿਸ਼ਾਨੀ ਇਹ ਹੈ ਵੀ ਉੱਥੇ ਬਾਜੇ ਵੱਜ ਰਹੇ ਨੇ। ਉੱਥੇ ਮਰਦੰਗ ਵੱਜਦਾ ਪਿਆ, ਸਤਾਰ ਵੱਜਦੀ ਪਈ ਹੈ, ਰਬਾਬ ਵੱਜਦੀ ਪਈ ਹੈ, ਇਸੇ ਤਰ੍ਹਾਂ ਤਾਨਪੁਰਾ ਵੱਜਦਾ ਪਿਆ, ਕੋਈ ਹਾਰਮੋਨੀਅਮ ਨਾਲ ਕੀਰਤਨ ਕਰਦਾ ਹੈ। ਇਹ ਸਤ ਸੰਗਤ ਵਿੱਚ ਐਸੇ ਬਾਜੇ ਵੱਜਦੇ ਗੁਰੂ ਦਾ ਜਸ ਕਰਨ ਵੇਲੇ। ਤਹਿ ਬਾਜੇ ਸ਼ਬਦ ਅਨਾਹਦ ਬਾਣੀ। ਸਤ ਸੰਗਤ ਵਿੱਚ ਪ੍ਰਤੱਖ ਵਾਜੇ। ਜਦੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਜਾਂ ਜਦੋਂ ਅਸੀਂ ਭੋਗ 'ਤੇ ਕਿਤੇ ਸਮਾਗਮ 'ਤੇ ਕੀਰਤਨ ਕਰਵਾਉਂਦੇ ਹਾਂ ਅਤੇ ਉਸ ਵੇਲੇ ਜਿਹੜੇ ਇਹ ਸ਼ਬਦ ਹਨ ਉਹ ਪੜ੍ਹੇ ਜਾਂਦੇ। ਬਾਜੇ ਅਨਹਦ ਬਾਣੀ, ਇੱਕ ਰਾਸੇ ਜਿਹੜੇ ਸ਼ਬਦ ਨੇ ਗੁਰੂ ਦੀ ਬਾਣੀ ਦੇ ਉਹ ਪੜ੍ਹ ਕੇ ਸੰਗਤ ਨੂੰ ਸੁਣਾਏ ਜਾਂਦੇ। ਇਹ ਸਤ ਸੰਗਤ ਦੀ ਨਿਸ਼ਾਨੀ ਹੈ। ਸੰਗਤ ਦੀ ਨਿਸ਼ਾਨੀ ਕੀ ਹੈ? ਜਿੱਥੇ ਸਾਜ਼ ਵਜਾਏ ਜਾਣ ਔਰ ਗੁਰੂ ਦਾ ਸ਼ਬਦ ਪੜ੍ਹਿਆ ਜਾਵੇ, ਕੀਰਤਨ ਕਰਿਆ ਜਾਵੇ। ਸੋ ਇਹ ਨਿਸ਼ਾਨੀ ਹੈ। ਇਸੇ ਸ਼ਬਦ ਨੂੰ ਸ਼ੁਰੂ ਤੋਂ ਬਖਸ਼ਦੇ ਹਨ। ਇੜਾ ਪਿੰਗਲਾ ਔਰ ਸੁਖਮਨਾ। ਗੁਰਮੁਖੋ ਇੜਾ ਤੋਂ ਲੈ ਲੈਣਾ ਹੈ ਗੰਗਾ ਅਤੇ ਗੰਗਾ ਤੋਂ ਲੈ ਲੈਣਾ ਹੈ ਭਗਤੀ। ਸੰਗਤ ਵਿੱਚ ਭਗਤੀ ਹੈ। ਇੱਥੇ ਬੈਠ ਕੇ ਅਸੀਂ ਨਿਤਨੇਮ ਕਰਦੇ ਹਾਂ ਔਰ ਸਰਵਣ ਕਰਦੇ ਹਾਂ, ਇਹ ਅਸੀਂ ਭਗਤੀ ਕਰ ਰਹੇ ਹਾਂ। ਇਹ ਸਤ ਸੰਗਤ ਵਿੱਚ ਪਹਿਲਾ ਗੁਣ ਜਿਹੜਾ ਹੈ, ਇੜਾ ਤੋਂ ਭਾਵ ਹੈ ਗੰਗਾ, ਗੰਗਾ ਤੋਂ ਲੈ ਲੈਣਾ ਭਗਤੀ। ਇਹ ਭਗਤੀ ਹੋ ਰਹੀ ਹੈ ਗੁਰੂ ਦਰਬਾਰ ਦੇ ਵਿੱਚ। ਅਤੇ ਪਿੰਗਲਾ ਤੋਂ ਭਾਵ ਹੈ ਜਮਨਾ, ਜਮਨਾ ਤੋਂ ਭਾਵ ਲੈ ਲੈਣਾ ਕਰਮ ਕਥਾ। ਸੋ ਇਹ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਅਤੇ ਸੁਖਮਨਾ ਤੋਂ ਭਾਵ ਹੈ ਗੁਰਮੁਖੋ ਸੁਰਸਤੀ, ਸੁਰਸਤੀ ਤੋਂ ਭਾਵ ਲੈ ਲੈਣਾ ਬ੍ਰਹਮ ਵਿਦਿਆ। ਇਹ ਸਾਰਾ ਕੁਝ ਹੀ ਸੰਗਤ ਵਿੱਚੋਂ ਪ੍ਰਾਪਤ ਹੋ ਰਿਹਾ ਹੈ। ਬਚਨ ਮਹਾਰਾਜ ਸਾਹਿਬ ਜੀਆਂ ਦਾ, ਜੇ ਆਪਾਂ ਇੜਾ ਵਿੱਚੋਂ ਗੰਗਾ ਲੈਂਦੇ ਹਾਂ, ਗੰਗਾ ਵਿੱਚੋਂ ਭਗਤੀ ਲੈਂਦੇ ਹਾਂ, ਅਤੇ ਗੁਰਮੁਖੋ ਭਗਤੀ ਅਤੇ ਗੰਗਾ ਦਾ ਗੁਣ ਕੀ ਹੈ? ਵਿਦਵਾਨਾਂ ਦੀ ਵਿਚਾਰ ਇਹ ਹੈ ਵੀ ਗੰਗਾ ਦਾ ਪਾਣੀ ਪਵਿੱਤਰ ਹੈ, ਉਜਲ ਹੈ। ਗੰਗਾ ਦੇ ਪਾਣੀ ਉਜਲ ਦੇ ਵਾਂਗ ਜਿਹੜੇ ਲੋਕ ਭਗਤੀ ਨੂੰ ਕਰਨਗੇ ਉਹਨਾਂ ਦੇ ਹਿਰਦੇ ਵੀ ਉਜਲ ਹੋ ਜਾਣਗੇ। ਇਹ ਹੈ ਭਾਵ ਇਸ ਦਾ ਵੀ ਜਿਵੇਂ ਗੰਗਾ ਦਾ ਪਾਣੀ ਉਜਲ ਮੰਨਿਆ ਹੈ, ਇਸ ਤਰ੍ਹਾਂ ਇਹ ਸਤ ਸੰਗਤ ਦੇ ਵਿੱਚ ਜਿਹੜੀ ਇਹ ਭਗਤੀ ਰੂਪੀ ਜਿਹੜੀ ਗੰਗਾ ਵਗਦੀ ਪਈ ਹੈ, ਬਾਣੀ ਪੜ੍ਹੋਗੇ, ਨਾਮ ਜਪੋਗੇ, ਸਿਮਰਨ ਕਰੋਗੇ, ਅਤੇ ਪਾਤਸ਼ਾਹ ਕਹਿਣ ਲੱਗੇ ਫਿਰ ਤੁਹਾਡੇ ਹਿਰਦੇ ਜਿਹੜੇ ਨੇ ਉਹ ਪਵਿੱਤਰ ਹੋ ਜਾਣਗੇ, ਗੰਗਾ ਦੇ ਪਾਣੀ ਵਾਂਗ ਉਜਲ ਹੋ ਜਾਣਗੇ। ਐਸੀ ਦਾਤ ਜਿਹੜੀ ਹੈ ਉਹ ਸਤ ਸੰਗਤ ਵਿੱਚੋਂ ਮਿਲਦੀ ਹੈ। ਦੂਜਾ ਬਚਨ ਇਹ ਹੈ ਕਿ ਗੰਗਾ ਜਿਹੜੀ ਹੈ ਉਹ ਭਗਵੰਤ ਜੀਆਂ ਦੇ ਚਰਨਾਂ ਵਿੱਚੋਂ ਨਿਕਲੀ ਹੈ, ਵਿਸ਼ਨੂੰ ਭਗਵਾਨ ਦੇ ਚਰਨਾਂ ਵਿੱਚੋਂ ਗੰਗਾ ਨਿਕਲੀ ਹੈ। ਅਤੇ ਕਹਿਣ ਲੱਗੇ ਗੁਰਮੁਖੋ ਇਸੇ ਤਰ੍ਹਾਂ ਇਹ ਜਿਹੜੀ ਭਗਤੀ ਹੈ ਨਾ, ਇਹ ਪਰਮੇਸ਼ਰ ਦੇ ਚਰਨਾਂ ਵਿੱਚੋਂ ਨਿਕਲੀ ਹੈ। ਜਿਹੜੀ ਭਗਤੀ ਆਪਾਂ ਕਰਦੇ ਹਾਂ ਚੌਂਕੜਾ ਲਾ ਕੇ ਵਾਹਿਗੁਰੂ 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 ਕਰਦੇ ਪਏ, ਇਹ ਸੰਗਤ ਵਿੱਚ ਆ ਕੇ ਬੈਠੇ ਜਿਹੜੀ ਭਗਤੀ ਕਰਦੇ ਪਏ, ਮਹਾਰਾਜ ਕਹਿੰਦੇ ਜਿਹੜੀ ਭਗਤੀ ਹੈ ਇਹ ਸਤ ਸੰਗਤ ਵਿੱਚੋਂ ਜਿਹੜੀ ਪ੍ਰਾਪਤ ਹੋ ਰਹੀ ਹੈ,
ਇਹ ਭਗਤੀ ਪਰਮੇਸ਼ਰ ਦੇ ਚਰਨਾਂ ਵਿੱਚੋਂ ਨਿਕਲੀ ਹੈ। ਸੋ ਇਸ ਤਰ੍ਹਾਂ ਦੀ ਇਹ ਦਾਤ ਭਗਤੀ ਦੀ ਪ੍ਰਾਪਤ ਹੋ ਰਹੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਜਿਹੜਾ ਪਿੰਗਲਾ ਔਰ ਸੁਖਮਨਾ। ਗੁਰਮੁਖੋ ਪਿੰਗਲਾ ਤੋਂ ਭਾਵ ਹੈ ਜਮਨਾ, ਤੇ ਜਮਨਾ ਦਾ ਪਾਣੀ ਜਿਹੜਾ ਗੁਰਮੁਖੋ ਕਾਲਾ ਮੰਨਿਆ ਹੈ। ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ ਵੀ ਜਮਨਾ ਕਾਲੇ ਰੰਗ ਦੀ ਹੈ। ਸੋ ਇਸੇ ਤਰ੍ਹਾਂ ਕਹਿਣ ਲੱਗੇ ਜਿਹੜੇ ਕਰਮਕਾਂਡੀ ਵਿਅਕਤੀ ਨੇ ਨਾ, ਉਹਨਾਂ ਦੇ ਮਨ ਵੀ ਕਾਲੇ ਹੁੰਦੇ। ਕਰਮ ਕਾਂਡ ਕਰਨਾ, ਹੁਣ ਇੰਨਾ ਟਾਈਮ ਹੋ ਗਿਆ, ਹੁਣ ਆਹ ਕੰਮ ਕਰਨਾ ਹੈ, ਹੁਣ ਇੰਨਾ ਸਮਾਂ ਹੋ ਗਿਆ, ਹੁਣ ਮੈਂ ਇਹ ਦਾਨ ਕਰਨਾ ਹੈ, ਹੁਣ ਮੈਂ ਆਹ ਪੁੰਨ ਕਰਨਾ ਹੈ, ਹੁਣ ਮੈਂ ਇਸ ਚੀਜ਼ ਦੀ ਬਲੀ ਦੇਣੀ ਹੈ, ਹੁਣ ਮੈਂ ਇਸ ਪਾਸੇ ਨੂੰ ਮੂੰਹ ਕਰਕੇ ਬੈਠਣਾ ਹੈ, ਕਦੇ ਚੜ੍ਹਦੇ ਵੱਲ ਮੂੰਹ ਕਰਨਾ, ਕਦੇ ਲਹਿੰਦੇ ਵੱਲ ਮੂੰਹ ਕਰਨਾ। ਸੋ ਇਸ ਤਰ੍ਹਾਂ ਇਹ ਕਰਮਕਾਂਡੀ ਲੋਕ ਕਰਦੇ। ਮਹਾਰਾਜ ਕਹਿਣ ਲੱਗੇ ਜਿਵੇਂ ਜਮਨਾ ਦਾ ਪਾਣੀ ਗੁਰਮੁਖੋਂ ਕਾਲਾ ਹੈ, ਕਰਮਕਾਂਡੀ ਲੋਕਾਂ ਦਾ ਮਨ ਇਸ ਤਰ੍ਹਾਂ ਕਾਲਾ ਹੋਇਆ ਕਰਦਾ। ਕਾਲੇ ਮਨਾਂ ਵਾਲੇ ਉਹ ਲੋਕ ਹਨ। ਅਤੇ ਵਿਦਵਾਨਾਂ ਦੀ ਵਿਚਾਰ ਇਹ ਹੈ ਕਿ ਜਿਹੜੀ ਜਮਨਾ ਹੈ ਉਹ ਸੂਰਜ ਦੀ ਪੁੱਤਰੀ ਹੈ, ਵੀ ਸੂਰਜ ਤੋਂ ਉਤਪੰਨ ਹੋਈ ਹੈ। ਇਹ ਜਿਹੜੇ ਕਰਮਕਾਂਡੀ ਲੋਕ ਨੇ, ਇਹਨਾਂ ਦਾ ਕਰਮਕਾਂਡ ਵੀ ਸੂਰਜ ਦੇ ਨਾਲ ਹੀ ਸ਼ੁਰੂ ਹੁੰਦਾ ਹੈ। ਜਦੋਂ ਸੂਰਜ ਪੈਦਾ ਹੋ ਜਾਂਦਾ ਨਾ ਆਕਾਸ਼ ਵਿੱਚੋਂ, ਉਦੋਂ ਕਰਮਕਾਂਡ ਸ਼ੁਰੂ ਹੋ ਜਾਂਦਾ ਹੈ, ਅਤੇ ਜਦੋਂ ਛੁਪ ਜਾਂਦਾ ਉਦੋਂ ਨਾਲ ਹੀ ਕਰਮਕਾਂਡ ਵੀ ਮੁੱਕ ਜਾਂਦਾ ਹੈ। ਮਹਾਰਾਜ ਕਹਿ ਰਹੇ ਨੇ, ਕਹਿੰਦੇ ਗੁਰਮੁਖੋ ਜਿਵੇਂ ਜਮਨਾ ਦਾ ਪਾਣੀ ਕਾਲਾ ਹੈ, ਕਰਮਕਾਂਡੀਆਂ ਦਾ ਮਨ ਕਾਲਾ ਹੈ। ਇਹ ਉਪਦੇਸ਼ ਸਮਝਣਾ ਹੈ। ਕਰਮਕਾਂਡੀ ਸੂਰਜ ਚੜ੍ਹਦਿਆਂ ਹੀ ਕਰਮਕਾਂਡ ਸ਼ੁਰੂ ਕਰ ਦਿੰਦੇ। ਹੁਣ ਮੈਂ ਸੂਰਜ ਨੂੰ ਪਾਣੀ ਦੇਣਾ ਹੈ, ਸੂਰਜ ਚੜ੍ਹ ਗਿਆ ਹੈ, ਹੁਣ ਮੈਨੂੰ ਭੋਜਨ ਛਕਣ ਦਾ ਟਾਈਮ ਹੋ ਗਿਆ, ਹੁਣ ਲੱਕੜਾਂ ਧੋ ਕੇ ਬਾਲਣੀਆਂ ਨੇ। ਇਸ ਤਰ੍ਹਾਂ ਦੇ ਕਰਮਕਾਂਡ ਸੂਰਜ ਦੇ ਨਾਲ ਹੀ ਸ਼ੁਰੂ ਹੋ ਜਾਂਦੇ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਇਹ ਜਿਹੜਾ ਸੂਰਜ ਦਾ ਉਦੈ ਕੀ ਹੋਣਾ, ਜਿਹੜੇ ਕਰਮਕਾਂਡ ਪੈਦਾ ਹੋਣੇ, ਇਸ ਤਰ੍ਹਾਂ ਦੇ ਲੋਕ ਕਰਮਕਾਂਡੀ ਬਣ ਜਾਂਦੇ। ਸਤਿਗੁਰਾਂ ਨੇ ਸਾਨੂੰ ਕਰਮਕਾਂਡ ਤੋਂ ਵਿਵਰਜਿਤ ਕੀਤਾ ਹੈ। ਸ਼ਗਨ ਅਪਸ਼ਗਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੇ। ਜਿਹਨੂੰ ਰੱਬ ਦਾ ਨਾਮ ਚੇਤੇ ਨਹੀਂ, ਉਹ ਕਰਮਕਾਂਡ ਕਰਦਾ ਰਹੇ, ਉਹਨੂੰ ਸ਼ਗਨ ਵੀ ਲੱਗਦਾ, ਅਪਸ਼ਗਨ ਵੀ ਲੱਗੇਗਾ। ਪਰ ਜਿਹਨੂੰ ਪਰਮਾਤਮਾ ਦੇ ਨਾਮ ਦੀ ਦਾਤ ਮਿਲੀ ਹੈ, ਉਹਨੂੰ ਕਰਮਕਾਂਡ ਦੇ ਭਰਮ ਦੇ ਵਿੱਚ ਪੈਣ ਦੀ ਲੋੜ ਹੀ ਨਹੀਂ ਹੈ। ਇਹ ਕਰਮਕਾਂਡ ਹੀ ਹੈ ਨਾ ਗੁਰਮੁਖੋ। ਗੁਰੂ ਘਰਾਂ ਦੇ ਵਿੱਚ ਪੰਡਤਾਂ ਦੇ ਵੱਲੋਂ ਦੱਸਿਆ ਜਾਂਦਾ, ਜੋਤਸ਼ੀਆਂ ਦੇ ਵੱਲੋਂ, ਕਿ ਅੱਜ ਫਲਾਣਾ ਵਾਰ ਹੈ, ਤੂੰ ਫਲਾਣੇ ਰੰਗ ਦੀ ਦਾਲ ਲੈ ਕੇ ਜਾ। ਅੱਜ ਫਲਾਣਾ ਵਾਰ ਹੈ, ਅੱਜ ਫਲਾਣੇ ਰੰਗ ਦਾ ਪਦਾਰਥ ਲੈ ਕੇ ਜਾ। ਕੋਈ ਕਾਲੀ ਦਾਲ, ਕੋਈ ਪੀਲੀ ਦਾਲ, ਕੋਈ ਹਰੀ ਸਬਜ਼ੀ ਲੈ ਕੇ ਆਉਂਦਾ, ਕੋਈ ਚਿੱਟੀ ਵਸਤੂ ਲੈ ਕੇ ਆਉਂਦਾ। ਜਿਵੇਂ ਕਿਸੇ ਨੇ ਦੱਸਿਆ ਸਿਖਾਇਆ ਹੈ, ਉਵੇਂ ਥੋੜ੍ਹੀਆਂ ਥੋੜ੍ਹੀਆਂ ਪੁੜੀਆਂ ਬੰਨ੍ਹ ਕੇ ਲੋਕ ਲਈ ਆਉਂਦੇ, ਲਿਆ ਕੇ ਮਹਾਰਾਜ ਦੇ ਅੱਗੇ ਮੱਥਾ ਟੇਕ ਕੇ ਤੁਰੇ ਜਾਂਦੇ। ਇਹ ਕਰਮਕਾਂਡ ਵਿੱਚ ਪੈ ਗਏ ਨੇ। ਬਹੁਤੇ ਸਿੱਖ ਵੀ ਇਸ ਕਰਮਕਾਂਡ ਵਿੱਚ ਪਏ ਹੋਏ। ਪਰ ਸੰਗਤ ਵਿੱਚ ਆ ਕੇ ਐਸਾ ਇਹ ਕਰਮਕਾਂਡ ਨਹੀਂ ਜਿਹੜਾ ਹੈ ਉਹ ਰੱਖਣਾ ਚਾਹੀਦਾ, ਇਹਦੇ ਤੋਂ ਬਚਣਾ ਚਾਹੀਦਾ ਹੈ। ਰੋ ਵਿਚਾਰ। ਸੋ ਮਹਾਰਾਜ ਕਹਿਣ ਲੱਗੇ ਗੁਰਮੁਖੋ ਏੜਾ ਅਤੇ ਪਿੰਗਲਾ, ਪਿੰਗਲਾ ਤੋਂ ਭਾਵ ਜਮਨਾ, ਜਮਨਾ ਦਾ ਪਾਣੀ ਕਾਲਾ ਹੈ। ਕਰਮਕਾਂਡੀਆਂ ਦੇ ਮਨ ਵੀ ਕਾਲੇ ਹੀ ਰਹਿੰਦੇ, ਕਦੇ ਸਾਫ਼ ਨਹੀਂ ਹੁੰਦੇ। ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਕ ਸੰਨਿਆਸੀ ਸਾਧੂ ਆ ਗਿਆ ਨਾ ਚੱਲ ਕੇ। ਭੁੱਖ ਬੜੀ ਲੱਗੀ ਹੈ, ਪ੍ਰਸ਼ਾਦਾ ਛਕਣਾ ਚਾਹੁੰਦਾ ਹੈ। ਜਦੋਂ ਵੇਖਿਆ ਵੀ ਸੰਗਤ ਵਿੱਚ ਸਾਰੇ ਛਕਦੇ ਪਏ, ਕਹਿਣ ਲੱਗਾ ਮੈਂ ਤਾਂ ਕਰਮਕਾਂਡੀ ਹਾਂ, ਮੈਂ ਤਾਂ ਇੱਥੇ ਛਕ ਨਹੀਂ ਸਕਦਾ। ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਨਹੀਂ ਛਕ ਸਕਦਾ ਤਾਂ ਭਾਈ ਤੂੰ ਰਸਤ ਬਸਤ ਲੈ ਜਾ। ਰਸਤ ਬਸਤ ਲੈ ਕੇ ਤੁਰ ਪਿਆ। ਜਿੱਥੇ ਜਾ ਕੇ ਚੁੱਲ੍ਹਾ ਬਣਾਇਆ ਕਰੇ, ਕਦੇ ਮਰੇ ਪਸ਼ੂਆਂ ਦੇ ਹੱਡ ਨਿਕਲ ਆਉਣ, ਕਦੇ ਗੰਦਗੀ ਵਿਸ਼ਟਾ ਥੱਲਿਓਂ ਨਿਕਲ ਆਵੇ। ਅਤੇ ਚੱਲਦਾ ਚੱਲਦਾ ਦੁਆਰਕਾ ਨੂੰ ਤੁਰਿਆ ਜਾਂਦਾ ਹੈ। ਬੜਾ ਮਨ ਵਿੱਚ ਔਖਾ ਹੈ ਕਿ ਭੁੱਖ ਬੜੀ ਲੱਗੀ ਹੈ, ਭੋਜਨ ਨਹੀਂ ਮਿਲਿਆ। ਜੰਗਲ ਵਿੱਚ ਬੈਠਾ ਸੋਚਦਾ ਪਿਆ, ਜੇ ਆਹ ਪਕਵਾਨ ਮੈਨੂੰ ਪ੍ਰਾਪਤ ਹੋ ਜਾਣ ਅਤੇ ਮੇਰੀ ਭੁੱਖ ਦੂਰ ਹੋ ਜਾਵੇ। ਅਜੇ ਸੋਚਿਆ ਹੀ ਹੈ ਅਤੇ ਥਾਲ ਸੱਜ ਕੇ ਸਾਹਮਣੇ ਆ ਗਿਆ। ਮਨ ਵਿੱਚ ਸੋਚਦਾ ਹੈ, ਨੇੜੇ ਕੋਈ ਬੰਦਾ ਨਹੀਂ, ਕੋਈ ਵਿਅਕਤੀ ਨਹੀਂ ਹੈ, ਇਹ ਥਾਲ ਮੇਰੇ ਅੱਗੇ ਭੋਜਨ ਦਾ ਕੌਣ ਰੱਖ ਗਿਆ ਹੈ, ਮੈਂ ਨਹੀਂ ਇਸ ਨੂੰ ਖਾਵਾਂਗਾ। ਦੁਬਾਰਾ ਫਿਰ ਪ੍ਰਾਰਥਨਾ ਕਰਦਾ, ਫਿਰ ਬੇਨਤੀ ਕਰਦਾ ਹੈ ਕਿ ਇਹ ਮੇਰੇ ਅੱਗੇ ਥਾਲ ਕਿਹਨੇ ਰੱਖਿਆ ਹੈ, ਜਿਹਨੇ ਥਾਲ ਰੱਖਿਆ ਉਹ ਮੇਰੇ ਸਾਹਮਣੇ ਆਵੇ। ਜਦੋਂ ਕੋਈ ਨਹੀਂ ਆਇਆ, ਫਿਰ ਮਨ ਵਿੱਚ ਵਿਚਾਰ ਇਹ ਆਈ ਵੀ ਇਹ ਤਾਂ ਮੈਂ ਤਾਂ ਭਗਵਾਨ ਦੀ ਨਗਰੀ 'ਚ ਆਇਆ ਹਾਂ, ਇਹ ਤਾਂ ਭਗਵਾਨ ਜੀ ਨੇ ਮੈਨੂੰ ਖਾਣ ਵਾਸਤੇ ਭੋਜਨ ਦਿੱਤਾ ਹੈ। ਫਿਰ ਬੇਨਤੀ ਕਰਦਾ, ਕਹਿਣ ਲੱਗਾ ਭਗਵਾਨ ਜੀ ਦਰਸ਼ਨ ਦਿਓ ਤਾਂ ਮੈਂ ਭੋਜਨ ਛਕਾਂਗਾ। ਅਤੇ ਭਗਵਾਨ ਜੀ ਨੇ ਦਰਸ਼ਨ ਤਾਂ ਨਹੀਂ ਦਿੱਤੇ, ਆਵਾਜ਼ ਦਿੱਤੀ, ਕਹਿਣ ਲੱਗੇ ਜਿੱਥੇ ਦਰਸ਼ਨ ਹੋਣੇ ਸਨ ਉੱਥੋਂ ਵਾਪਸ ਮੁੜ ਆਇਆ। ਹੁਣ ਤੈਨੂੰ ਭੁੱਖ ਲੱਗੀ ਹੈ, ਹੁਣ ਨਾਲੇ ਭੋਜਨ ਚਾਹੁੰਦਾ ਨਾਲੇ ਦਰਸ਼ਨ ਚਾਹੁੰਦਾ ਹੈ। ਤੇਰੀ ਇੱਛਾ ਹੀ ਭੋਜਨ ਛਕਣਾ ਹੈ ਅਤੇ ਭੋਜਨ ਦਾ ਥਾਲਾ ਤੇਰੇ ਅੱਗੇ ਆ ਗਿਆ, ਛਕ ਲਾ। ਪਰ ਜੇ ਦਰਸ਼ਨ ਕਰਨੇ ਨੇ ਫਿਰ ਉੱਥੇ ਵਾਪਸ ਚਲੇ ਜਾ ਜਿੱਥੋਂ ਆਇਆ ਹੈ।
ਫਿਰ ਉਹ ਕਰਮਕਾਂਡੀ ਜਿਹੜਾ ਸਾਧੂ ਸੀ ਵਾਪਸ ਮੁੜਿਆ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ, ਸਤਿਗੁਰਾਂ ਨੇ ਉਸੇ ਰੂਪ ਦੇ ਵਿੱਚ ਹੀ ਦਰਸ਼ਨ ਬਖਸ਼ਿਸ਼ ਕਰ ਦਿੱਤੇ ਜਿਹੜੇ ਰੂਪ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਐਸੀ ਬਖਸ਼ਿਸ਼ ਹੋ ਗਈ ਗੁਰੂ ਦੇ ਕੋਲ ਆ ਕੇ। ਇਹ ਕਰਮਕਾਂਡੀ ਲੋਕ ਜਿਹੜੇ ਨੇ ਇਹ ਅੰਧ ਵਿਸ਼ਵਾਸ ਬਹੁਤਾ ਰੱਖਦੇ, ਬਹੁਤੇ ਕਰਮਕਾਂਡ ਵਿੱਚ ਡੁੱਬੇ ਰਹਿੰਦੇ। ਮਹਾਰਾਜ ਫਰਮਾਉਂਦੇ ਹਨ, ਈੜਾ ਪਿੰਗੜਾ ਔਰ ਸੁਖਮਨਾ। ਗੁਰਮੁਖੋ ਸੁਖਮਨਾ ਤੋਂ ਭਾਵ ਹੈ ਜਿਸ ਨੂੰ ਸਰਸਤੀ ਕਿਹਾ ਜਾਂਦਾ ਹੈ, ਤੇ ਸਰਸਤੀ ਤੋਂ ਭਾਵ ਲੈ ਲੈਣਾ ਬ੍ਰਹਮ ਵਿਦਿਆ। ਇਹ ਜਿਹੜੀ ਬ੍ਰਹਮ ਵਿਦਿਆ ਦੀ ਦਾਤ ਹੈ, ਸੋ ਕਹਿ ਲਈਏ ਇਹ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ। ਵਿਦਵਾਨਾਂ ਦਾ ਕਥਨ ਹੈ ਵੀ ਸੁਰਸਤੀ ਦਾ ਪਾਣੀ ਲਾਲ ਹੈ। ਗੁਰੂ ਦੀ ਸੰਗਤ ਵਿੱਚ ਆ ਕੇ ਨਾਮ ਜਪਣ ਵਾਲਿਆਂ ਦੇ ਚਿਹਰੇ ਲਾਲ ਹੋ ਜਾਂਦੇ ਨੇ, ਉਹਨਾਂ ਦੇ ਚਿਹਰੇ ਦੇ ਉੱਪਰ ਨੂਰ ਆ ਜਾਂਦਾ, ਪ੍ਰਕਾਸ਼ ਆ ਜਾਂਦਾ ਹੈ। ਜਿਵੇਂ ਸੁਰਸਤੀ ਦਾ ਪਾਣੀ ਲਾਲ ਮੰਨਿਆ ਹੈ, ਇਸ ਤਰ੍ਹਾਂ ਸੰਗਤ ਕਰਨ ਵਾਲਿਆਂ ਦਾ, ਨਾਮ ਅਭਿਆਸ ਕਰਨ ਵਾਲਿਆਂ ਦਾ, ਬਾਣੀ ਪੜ੍ਹਨ ਵਾਲਿਆਂ ਦਾ ਚਿਹਰਾ ਲਾਲ ਹੋ ਗਿਆ ਹੈ। ਐਸੀ ਦਾਤ ਪ੍ਰਾਪਤ ਹੋਈ ਹੈ। ਸੋ ਕਹਿਣ ਲੱਗੇ ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਨੇ ਉਹ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਕਰਦੇ। ਬ੍ਰਹਮ ਵਿਦਿਆ ਕੀ ਹੈ? ਗੁਰੂ ਦੀ ਬਾਣੀ ਸੁਣਨੀ, ਗੁਰੂ ਦੀ ਬਾਣੀ ਪੜ੍ਹਨੀ ਔਰ ਗੁਰੂ ਦੀ ਬਾਣੀ ਦੀ ਕਮਾਈ ਕਰਨੀ। ਐਸੀ ਉਹ ਬ੍ਰਹਮ ਵਿਦਿਆ ਜਿਹੜੀ ਹੈ, ਇਸ ਨੂੰ ਜਿਹੜੇ ਗੁਰਮੁਖ ਹਨ ਉਹ ਪ੍ਰਾਪਤ ਕਰਦੇ ਹਨ। ਫਿਰ ਮਹਾਰਾਜ ਬਖਸ਼ਦੇ ਹਨ, ਈੜਾ ਪਿੰਗੜਾ ਔਰ ਸੁਖਮਨਾ। ਗੁਰਮੁਖੋ ਕਹਿਣ ਤੋਂ ਭਾਵ ਹੈ ਭਗਤੀ ਵੀ ਇੱਥੋਂ ਹੀ ਮਿਲੇਗੀ ਸੰਗਤ ਵਿੱਚੋਂ, ਕਰਮਕਾਂਡ ਤੋਂ ਛੁਟਕਾਰਾ ਵੀ ਇੱਥੇ ਹੀ ਹੋਵੇਗਾ ਸੰਗਤ ਵਿੱਚੋਂ। ਅਤੇ ਇਸੇ ਤਰ੍ਹਾਂ ਗੁਰਮੁਖੋ ਇਹ ਜਿਹੜੀ ਸੰਗਤ ਹੈ, ਇਹਦੇ ਵਿੱਚੋਂ ਸਾਨੂੰ ਬ੍ਰਹਮ ਵਿਦਿਆ ਦੀ ਦਾਤ ਜਿਹੜੀ ਉਹ ਵੀ ਪ੍ਰਾਪਤ ਹੋਵੇਗੀ। ਇਹ 3 ਨਦੀਆਂ ਨੇ ਜਿਹੜੀਆਂ ਸਤ ਸੰਗਤ ਵਿੱਚ ਵਗਦੀਆਂ ਪਈਆਂ। ਸੋ ਐਸੀ ਇਹ ਸਤ ਸੰਗਤ ਰੂਪੀ ਜਗ੍ਹਾ ਹੈ। ਤੀਨ ਬਸੈ ਇੱਕ ਠਾਈ। ਇਹ ਤਿੰਨੇ ਨਦੀਆਂ ਜਿਹੜੀਆਂ ਨੇ, ਜਿਵੇਂ ਗੰਗਾ, ਜਮਨਾ ਤੇ ਸੁਰਸਤੀ ਇਕੱਠੀਆਂ ਜਿੱਥੇ ਹੁੰਦੀਆਂ ਉਸ ਨੂੰ ਪ੍ਰਾਗਰਾਜ ਕਿਹਾ ਜਾਂਦਾ ਹੈ। ਐਸੇ ਤਰ੍ਹਾਂ ਇਹ ਗੁਰੂ ਦੀ ਸੰਗਤ ਜਿਹੜੀ ਹੈ ਗੁਰਮੁਖੋ, ਇੱਥੇ ਭਗਤੀ ਵੀ ਹੈ। ਭਗਤੀ ਦੇ ਨਾਲ ਨਾਲ ਗੁਰਮੁਖੋ ਕਰਮਕਾਂਡ 'ਚੋਂ ਕੱਢਿਆ ਵੀ ਜਾਂਦਾ ਹੈ, ਅਤੇ ਉਹਦੇ ਨਾਲ ਨਾਲ ਇੱਥੇ ਨਾਮ ਦੀਆਂ ਦਾਤਾਂ ਵੀ ਪ੍ਰਾਪਤ ਹੁੰਦੀਆਂ। ਇਸ ਕਰਕੇ ਗੁਰੂ ਦੀ ਸੰਗਤ ਜਿਹੜੀ ਹੈ ਇਹ ਇੱਕ ਪ੍ਰਾਗਰਾਜ ਹੀ ਹੈ। ਜਿਹੜਾ ਇੱਥੇ ਆ ਕੇ ਬੈਠੇਗਾ, ਇਸ਼ਨਾਨ ਕਰੇਗਾ ਨਾਮ ਬਾਣੀ ਦੇ ਨਾਲ, ਉਸ ਦਾ ਭਲਾ ਹੁੰਦਾ ਹੈ। ਬੇਣੀ ਸੰਗਮ ਤੈ ਪ੍ਰਾਗ ਮਨ। ਉਸ ਵੇਲੇ ਭਗਤ ਬੇਣੀ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਬੇਣੀ ਤੋਂ ਭਾਵ ਹੈ ਜਿੱਥੇ ਤ੍ਰਿਵੇਣੀ ਦਾ ਸੰਬੰਧ ਹੁੰਦਾ, 3 ਨਦੀਆਂ ਇਕੱਠੀਆਂ ਹੁੰਦੀਆਂ, ਉਸ ਨੂੰ ਪ੍ਰਾਗਰਾਜ ਕਿਹਾ ਜਾਂਦਾ ਹੈ। ਇਹ ਜਿਹੜੀ ਗੁਰੂ ਕੀ ਸੰਗਤ ਹੈ, ਇਹਦੇ ਵਿੱਚ ਭਗਤੀ, ਕਰਮ ਕਥਾ ਤੇ ਬ੍ਰਹਮ ਵਿਦਿਆ, ਇਹ 3 ਨਦੀਆਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਹਨ। ਮਨ ਮਜਨ ਕਰੇ ਤਿਥਾਈ। ਇਸ ਕਰਕੇ ਇਹ ਜਿਹੜੀ ਗੁਰੂ ਦੀ ਸੰਗਤ ਹੈ ਗੁਰਮੁਖੋ, ਇਹ ਸੰਗਤ ਹੀ ਪ੍ਰਾਗਰਾਜ ਹੈ। ਤੇ ਇਸ ਪ੍ਰਾਗਰਾਜ ਦੇ ਵਿੱਚ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਸਾਡਾ ਮਨ ਹੈ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਦਾ ਪਿਆ ਹੈ। ਮਹਾਰਾਜ ਜੀਆਂ ਦਾ ਬਚਨ ਹੈ, ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਬਚਨ ਹੈ ਨਾ। ਇਹ ਸੰਗਤ ਦੇ ਵਿੱਚ ਨਾਮ ਰੂਪੀ ਜਲ ਦੇ ਨਾਲ ਗੁਰਮੁਖ ਇਸ਼ਨਾਨ ਕਰਦੇ ਹਨ। ਸੰਤੋ ਤਹਾਂ ਨਿਰੰਜਨ ਰਾਮ ਹੈ। ਮਹਾਰਾਜ ਕਹਿਣ ਲੱਗੇ ਸੰਤੋ, ਇਹ ਜਿਹੜੀ ਸਤ ਸੰਗਤ ਹੈ ਨਾ, ਇਹਦੇ ਵਿੱਚ ਨਿਰੰਜਨ ਵਸਿਆ, ਪਰਮਾਤਮਾ ਸੰਗਤ ਵਿੱਚ ਵਸਿਆ ਹੋਇਆ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਆ ਕੇ ਪਰਮੇਸ਼ਰ ਆਪ ਬਿਰਾਜਮਾਨ ਹੋਏ ਨੇ। ਇਹ ਐਸੀ ਗੁਰੂ ਦੀ ਸੰਗਤ ਹੈ ਜਿਹਦੇ ਵਿੱਚ ਆਪਾਂ ਬੈਠੇ ਹਾਂ। ਤਾਂ ਹੀ ਬਚਨ ਕੀਤਾ ਜਾਂਦਾ, ਗੁਰਮੁਖੋ ਗੱਲਾਂ ਨਾ ਕਰਿਆ ਕਰੋ, ਬੋਲਿਆ ਨਾ ਕਰੋ, ਸੰਗਤ ਵਿੱਚ ਸ਼ਾਂਤ ਚਿੱਤ ਹੋ ਕੇ ਬੈਠਿਆ ਕਰੋ। ਪਰਮੇਸ਼ਰ ਦਾ ਨਿਵਾਸ ਸੰਗਤ ਵਿੱਚ ਹੈ। ਅਸੀਂ ਕਿਸੇ ਵੱਡੇ ਅਫਸਰ ਦੇ ਦਫ਼ਤਰ ਚਲੇ ਜਾਈਏ, ਬਾਹਰੋਂ ਹੀ ਆਪਣਾ ਮੋਬਾਈਲ ਫੋਨ ਬੰਦ ਕਰ ਲਈਦਾ, ਚੁੱਪ ਕਰਕੇ ਬੈਠੀਦਾ ਜਿੰਨਾ ਚਿਰ ਸਾਨੂੰ ਬੁਲਾਇਆ ਨਹੀਂ ਜਾਂਦਾ। ਜਦੋਂ ਬੁਲਾਇਆ ਜਾਂਦਾ ਉਦੋਂ ਉਹਨਾਂ ਕੁ ਬਚਨ ਕਰੀਦਾ ਜਿੰਨਾ ਕੁ ਜ਼ਰੂਰੀ ਹੁੰਦਾ ਹੈ। ਪਰ ਸੰਗਤ ਇਹ ਤਾਂ ਪਰਮੇਸ਼ਰ ਦਾ ਘਰ ਹੈ, ਖੁਦ ਦੁਨੀਆ ਦਾ ਮਾਲਕ ਇੱਥੇ ਆ ਕੇ ਬੈਠਾ। ਪਰ ਜੇ ਸੰਗਤ ਵਿੱਚ ਆਪਾਂ ਆ ਕੇ ਗੱਲਾਂ ਵੀ ਕਰੀ ਜਾਂਦੇ ਅਤੇ ਇਸੇ ਤਰ੍ਹਾਂ ਥੋੜ੍ਹਾ ਬਹੁਤਾ ਸ਼ੋਰ ਸ਼ਰਾਬਾ ਵੀ ਕਰੀ ਜਾਂਦੇ, ਨਹੀਂ, ਸੰਗਤ ਵਿੱਚ ਪਰਮੇਸ਼ਰ ਵਸਦਾ। ਇਸ ਕਰਕੇ ਬਚਨ ਇਹ ਹੈ ਕਿ ਸੰਗਤ ਵਿੱਚ ਚੁੱਪ ਦਾ ਦਾਨ ਹੋਵੇ। ਸੰਤੋ ਤਹਾਂ ਨਿਰੰਜਨ ਰਾਮ ਹੈ। ਇਹ ਸਤ ਸੰਗਤ ਵਿੱਚ ਨਿਰੰਜਨ ਰਾਮ ਕਹੀਏ, ਅਕਾਲ ਪੁਰਖ ਦਾ ਨਿਵਾਸ ਹੈ। ਗੁਰਗਮ ਚੀਨੈ ਬਿਰਲਾ ਕੋਏ। ਗੁਰਮੁਖੋ ਗਿਆਨ ਵਿੱਚ ਜਿਨ੍ਹਾਂ ਗੁਰਾਂ ਦੀ ਗਮ ਕਹੀਏ ਪਹੁੰਚ ਹੈ। ਗੁਰੂ ਆਪਣੇ ਨਾਲ ਸ਼ਬਦ ਲਵਾ ਲੈਣਾ ਬੜਾ ਸੌਖਾ ਹੈ। ਜਿਹੜਾ ਮਰਜ਼ੀ ਆਪਣੇ ਨਾਮ ਦੇ ਨਾਲ ਲਵਾ ਲਵੇ, ਮੈਂ ਗੁਰੂ ਹਾਂ, ਪਰ ਅਸਲ ਵਿੱਚ ਗੁਰੂ ਉਹ ਹੈ ਜਿਹਦੀ ਗਿਆਨ ਵਿੱਚ ਪਹੁੰਚ ਹੈ। ਮਹਾਰਾਜ ਕਹਿਣ ਲੱਗੇ ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ।
ਸਤਿਗੁਰੂ ਉਹਨੂੰ ਕਿਹਾ ਜਾਵੇਗਾ ਜਿਹਨੂੰ ਗਿਆਨ ਹੈ। ਜਿਹਨੂੰ ਗਿਆਨ ਹੀ ਨਹੀਂ, ਉਹ ਪਖੰਡੀ ਗੁਰੂ ਤੇ ਹੋ ਸਕਦਾ ਹੈ, ਪਰ ਪੂਰਨ ਤੌਰ 'ਤੇ ਨਹੀਂ ਹੋ ਸਕਦਾ ਹੈ। ਪਾਤਸ਼ਾਹ ਕਹਿਣ ਲੱਗੇ ਗੁਰ ਗਮ, ਜਿਸ ਗੁਰੂ ਦੀ ਗਮ ਕਹੀਏ ਗਿਆਨ ਦੇ ਵਿੱਚ ਗਮਤਾ ਹੈ, ਪਹੁੰਚ ਹੈ, ਐਸਾ ਜਿਹੜਾ ਗੁਰੂ ਹੈ। ਕਹਿਣ ਲੱਗੇ ਭਾਈ ਐਸਾ ਗੁਰੂ ਕਿਰਪਾ ਕਰੇ। ਚੀਨੈ ਬਿਰਲਾ ਕੋਏ, ਗੁਰਗਮ ਚੀਨੈ ਬਿਰਲਾ ਕੋਏ। ਐਸੇ ਜਿਹੜੇ ਗੁਰਮੁਖ ਨੇ ਉਹ ਗੁਰੂ ਦੁਆਰਾ ਗਿਆਨ ਨੂੰ ਪ੍ਰਾਪਤ ਕਰਕੇ ਕੋਈ ਵਿਰਲਾ ਹੀ ਹੈ ਜਿਹੜਾ ਪਰਮੇਸ਼ਰ ਨੂੰ ਚੀਨੈ ਕਹੀਏ ਜਾਣਦਾ ਹੈ। ਆਪਾਂ ਸੰਗਤ ਵਿੱਚ ਆਏ ਹਨ, ਗਿਆਨ ਪ੍ਰਾਪਤ ਕਰਦੇ ਪਏ ਨਾ ਸ਼ਬਦ ਦਾ। ਇਹਦਾ ਭਾਵ ਇਹ ਨਹੀਂ ਹੈ ਵੀ ਅਸੀਂ ਸਾਰੇ ਪਰਮੇਸ਼ਰ ਨੂੰ ਪ੍ਰਾਪਤ ਕਰਾਂਗੇ, ਨਹੀਂ। ਸਾਡੀ ਮਨਸ਼ਾ ਹੈ, ਸਾਡੀ ਇੱਛਾ ਹੈ ਕਿ ਮੈਨੂੰ ਆਹ ਪਦਾਰਥ ਮਿਲੇ, ਮੈਨੂੰ ਆਹ ਵਸਤੂ ਮਿਲੇ। ਅਸੀਂ ਦੁਨੀਆ ਦੀਆਂ ਵਸਤੂਆਂ ਲੈਣ ਵਾਸਤੇ ਬੈਠੇ ਸੰਗਤ ਵਿੱਚ ਆ ਕੇ। ਕੋਈ ਸਰੀਰ ਦੀ ਤੰਦਰੁਸਤੀ ਮੰਗਦਾ ਹੈ, ਕੋਈ ਪਰਿਵਾਰ ਦੀ ਤੰਦਰੁਸਤੀ ਮੰਗਦਾ ਪਿਆ, ਕੋਈ ਪਦਾਰਥ ਮੰਗਦਾ ਪਿਆ। ਮਹਾਰਾਜ ਕਹਿਣ ਲੱਗੇ ਗੁਰੂ ਦੀ ਗਿਆਨ ਦੇ ਵਿੱਚ ਪਹੁੰਚ ਹੈ, ਪਰ ਗੁਰੂ ਦਾ ਗਿਆਨ ਲੈ ਕੇ ਸਾਰੇ ਨਹੀਂ ਪਰਮਾਤਮਾ ਨੂੰ ਪ੍ਰਾਪਤ ਕਰਦੇ। ਕੋਈ ਵਿਰਲਾ ਹੀ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਵਾਸਤੇ ਸੰਗਤ ਵਿੱਚ ਆਇਆ। ਨਹੀਂ ਤਾਂ ਅਸੀਂ ਦੁਨੀਆ ਦੇ ਲੋਕ ਕੁਝ ਨਾ ਕੁਝ ਮੰਗਣ ਵਾਸਤੇ ਹੀ ਆਏ ਹਾਂ ਵੀ ਸਾਨੂੰ ਆਹ ਮਿਲ ਜਾਵੇ। ਮਹਾਰਾਜ ਕਹਿਣ ਲੱਗੇ ਸੋ ਬਚਨ ਇਹ ਹੈ ਚੀਨੈ ਬਿਰਲਾ ਕੋਏ, ਕੋਈ ਵਿਰਲਾ ਹੀ ਹੈ ਜਿਹੜਾ ਪਰਮਾਤਮਾ ਨੂੰ ਜਾਣਦਾ ਹੈ ਜਾਂ ਪ੍ਰਾਪਤ ਕਰਨਾ ਚਾਹੁੰਦਾ ਹੈ। ਤਾਂ ਨਿਰੰਜਨ ਰਮਈਆ ਹੋਏ। ਕਹਿਣ ਲੱਗੇ ਤੇ ਸਤ ਸੰਗਤ ਵਿੱਚ ਜਾਣ ਵਾਲਾ ਜਿਹੜਾ ਪੁਰਸ਼ ਹੈ ਨਾ, ਨਿਰੰਜਨ ਰਮਈਆ, ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਜਿਹੜਾ ਸੰਗਤ ਵਿੱਚ ਇਹ ਇੱਛਾ ਲੈ ਕੇ ਆਇਆ ਨਾ ਮੈਂ ਪਰਮਾਤਮਾ ਨੂੰ ਮਿਲਣਾ ਹੈ, ਮੈਨੂੰ ਦੁਨੀਆ ਦੇ ਪਦਾਰਥ ਵਸਤੂਆਂ ਨਹੀਂ ਚਾਹੀਦੀਆਂ। ਪਾਤਸ਼ਾਹ ਕਹਿਣ ਲੱਗੇ ਉਹ ਸੰਗਤ ਵਿੱਚ ਆਉਣ ਵਾਲਾ ਉਹ ਪਰਮੇਸ਼ਰ ਦਾ ਹੀ ਰੂਪ ਹੋ ਗਿਆ ਹੈ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਹੇ। ਬਚਨ ਮਹਾਰਾਜ ਜੀਆਂ ਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਜਿਹੜੇ ਸਤ ਸੰਗਤ ਵਿੱਚ ਚੱਲ ਕੇ ਆਉਂਦੇ ਨੇ, ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਰੱਖਦੇ ਨੇ, ਉਹ ਗੁਰਮੁਖ ਜਿਹੜੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ, ਉਸੇ ਦੇ ਸਰੂਪ ਦੇ ਵਿੱਚ ਮਿਲ ਜਾਂਦੇ ਹਨ। ਦੇਵ ਸਥਾਨਾ ਕਿਆ ਨਿਸ਼ਾਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਸਤ ਸੰਗਤ ਰੂਪੀ ਜਿਹੜਾ ਸਥਾਨ ਹੈ ਜਿੱਥੇ ਆਪਾਂ ਬੈਠੇ, ਇਹਦੀ ਨਿਸ਼ਾਨੀ ਕੀ ਹੈ? ਤੈ ਬਾਜੇ ਸ਼ਬਦ ਅਨਾਹਦ ਬਾਣੀ। ਸੰਗਤ ਦੀ ਨਿਸ਼ਾਨੀ ਇਹ ਹੈ ਵੀ ਇੱਥੇ ਅਨਾਹਦ ਵਾਜੇ ਜਿਹੜੇ ਨੇ ਉਹ ਵੱਜਦੇ ਪਏ, ਜਾਂ ਕਹਿ ਲਈਏ ਗੁਰੂ ਦੀ ਸਿਫਤ ਵਿੱਚ ਵਾਜੇ ਤਬਲੇ ਵੱਜਦੇ ਪਏ, ਗੁਰੂ ਦਾ ਸ਼ਬਦ ਪੜ੍ਹਿਆ ਜਾ ਰਿਹਾ ਹੈ। ਚੰਦ ਨਾ ਸੂਰਜ ਪਾਉਣ ਨਾ ਪਾਣੀ। ਗੁਰਮੁਖੋ ਇਹ ਸਤ ਸੰਗਤ ਵਿੱਚ ਚੰਦ ਕਹੀਏ ਹਰਖ ਤੇ ਸੋਗ ਤੋਂ ਭਾਵ ਹੈ ਚਿੰਤਾ। ਇਹ ਜਿਹੜੀ ਗੁਰੂ ਕੀ ਸੰਗਤ ਹੈ, ਚੰਦ ਨਾ ਸੂਰਜ, ਇਹਦੇ ਵਿੱਚ ਸੋਗ ਤੇ ਚਿੰਤਾ ਨਹੀਂ ਹੈ। ਇਹ ਦੋਨੇ ਚੀਜ਼ਾਂ ਸੰਗਤ ਵਿੱਚ ਖਤਮ ਹੋ ਜਾਂਦੀਆਂ। ਬਾਹਰੋਂ ਅਸੀਂ ਭਾਵੇਂ ਬੜੇ ਦੁਖੀ ਹੋ ਕੇ ਆਏ ਹਾਂ, ਸਾਡੇ ਮਨ ਨੂੰ ਬੜੀ ਪਰੇਸ਼ਾਨੀ ਹੈ, ਪਰ ਜਦੋਂ ਸੰਗਤ ਵਿੱਚ ਆ ਕੇ ਬੈਠ ਗਏ ਨਾ, ਉਹ ਸਾਰੀ ਪਰੇਸ਼ਾਨੀ ਇੱਕ ਵਾਰੀ ਭੁੱਲ ਜਾਂਦੀ ਹੈ, ਚਿੰਤਾ ਖਤਮ ਹੋ ਜਾਂਦੀ ਸੰਗਤ ਵਿੱਚ ਬੈਠ ਕੇ। ਪਾਤਸ਼ਾਹ ਕਹਿਣ ਲੱਗੇ ਚਾਹੇ ਚੰਦ ਨਾ ਸੂਰਜ, ਸੰਗਤ ਵਿੱਚ ਨਾ ਹਰਖ ਰਹਿ ਜਾਂਦਾ, ਨਾ ਸੋਗ ਰਹਿ ਜਾਂਦਾ, ਨਾ ਗਮ ਰਹਿ ਜਾਂਦਾ, ਨਾ ਚਿੰਤਾ ਰਹਿ ਜਾਂਦੀ। ਐਸੀ ਸੰਗਤ ਹੈ। ਮਹਾਰਾਜ ਫਿਰ ਫਰਮਾਉਂਦੇ ਹਨ ਚੰਦ ਨਾ ਸੂਰਜ ਪਾਉਣ ਨਾ ਪਾਣੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਸਤ ਸੰਗਤ ਵਿੱਚ ਚੰਦ ਕਹੀਏ ਸਤੋ ਗੁਣ ਦੀ ਪ੍ਰਧਾਨਤਾ ਹੈ। ਇੱਥੋਂ ਸਤਗੁਣ ਪ੍ਰਾਪਤ ਹੁੰਦਾ, ਸਤ ਸੰਤੋਖ ਦਇਆ ਧਰਮ ਇਤਿਆਦਿਕ। ਅਤੇ ਨਾ ਸੂਰ, ਇਹਦੇ ਵਿੱਚ ਤਮੋ ਗੁਣ ਕੋਈ ਨਹੀਂ ਹੈ। ਵਿਕਾਰਾਂ ਦੇ ਭਰੇ ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਮਨ ਵੀ ਸ਼ਾਂਤ ਹੋ ਜਾਂਦੇ, ਕਿਉਂਕਿ ਸੰਗਤ ਵਿੱਚ ਤਮੋ ਗੁਣ ਨਹੀਂ ਹੈ। ਫਿਰ ਫਰਮਾਉਂਦੇ ਹਨ ਚੰਦ ਨਾ ਸੂਰਜ ਪਾਉਣ ਨਾ ਪਾਣੀ। ਕਿਉਂਕਿ ਸੰਗਤ ਵਿੱਚ ਚੰਦਰਮਾ ਦਾ ਵਰਤ ਰੱਖੋ, ਸੂਰਜ ਦਾ ਵਰਤ ਰੱਖੋ, ਇਹ ਉਪਦੇਸ਼ ਨਹੀਂ ਦਿੱਤਾ ਜਾਂਦਾ ਹੈ। ਚੰਦ ਸੂਰਜ ਨਾ ਚੰਦਰਮਾ ਦੇ ਵਰਤ ਰੱਖਦੇ ਲੋਕ, ਅਤੇ ਫਿਰ ਸੂਰਜ ਦੇ ਵਰਤ ਰੱਖਦੇ, ਇਕਾਦਸੀ ਦੁਆਦਸੀ ਇਹ ਵਰਤ ਰੱਖੇ ਜਾਂਦੇ। ਪਰ ਸੰਗਤ ਵਿੱਚ ਕਿਸੇ ਵੀ ਵਰਤ ਰੱਖਣ ਦੀ ਮਨਾਹੀ ਕੀਤੀ ਮਹਾਰਾਜ ਨੇ। ਛੋੜੈ ਅੰਨ ਕਰੇ ਪਾਖੰਡ, ਨਾ ਹੋਏ ਸੁਹਾਗਣ ਨਾ ਹੋਏ ਰਾਂਡੇ। ਬਚਨ ਮਹਾਰਾਜ ਜੀਆਂ ਦੇ ਕਿ ਸੰਗਤ ਵਿੱਚ ਇਹ ਬਚਨ ਸਮਝਾਇਆ ਜਾਂਦਾ ਵੀ ਅੰਨ ਨੂੰ ਬਿਲਕੁਲ ਛੱਡਣਾ ਨਹੀਂ ਹੈ। ਭੋਜਨ ਛਕਣਾ ਇਹ ਇੱਕ ਸਰੀਰ ਦੀ ਮਰਿਆਦਾ ਹੈ। ਜਿਵੇਂ ਸਾਹ ਲੈਣਾ, ਅਸੀਂ ਸਾਹ ਰੋਕ ਨਹੀਂ ਨਾ ਸਕਦੇ, ਰੁਕ ਜਾਵਾਂਗੇ ਤਾਂ ਜ਼ਿੰਦਗੀ ਮੁੱਕ ਜਾਏਗੀ। ਸਾਹ ਲੈਣਾ ਸਰੀਰ ਦੀ ਮਰਿਆਦਾ ਹੈ, ਭੋਜਨ ਛਕਣਾ ਵੀ ਸਰੀਰ ਦੀ ਮਰਿਆਦਾ ਹੈ। ਕਿਉਂਕਿ 3.5 ਮਣ ਦਿਉਰੀ ਚੱਲੈ ਪਾਣੀ ਅੰਨ, ਇਹ
ਜਿਵੇਂ ਸਾਡੀ ਗੱਡੀ ਹੈ ਨਾ, ਹੁਣ ਗੱਡੀ ਵਿੱਚ ਤੇਲ ਪਾਵਾਂਗੇ ਉਹ ਤਾਂ ਚੱਲਦੀ ਹੈ, ਜੇ ਤੇਲ ਤੋਂ ਬਿਨਾਂ ਹੀ ਉਹਨੂੰ ਤੋਰਾਂਗੇ ਤਾਂ ਗੱਡੀ ਦਾ ਨੁਕਸਾਨ ਹੋ ਜਾਏਗਾ, ਖਰਚੇ ਵਾਲੀ ਗੱਲ ਬਣ ਜਾਏਗੀ। ਇਹ ਸਾਡਾ ਸਰੀਰ ਵੀ ਕੁਝ ਐਸੇ ਤਰ੍ਹਾਂ ਦਾ ਹੀ, ਹੁਣ ਆਪਾਂ ਇਹਦੇ ਵਿੱਚ ਖੁਰਾਕ ਪਾਈਏ ਨਾ, ਭੁੱਖੇ ਰਹੀਏ ਵੀ ਮੈਂ ਭੁੱਖੇ ਰਹਿਣਾ, ਇਹ ਸਰੀਰ ਦਾ ਨੁਕਸਾਨ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਇਸ ਦੇਹੀ ਕੋ ਪਾਲ, ਦੇਹੀ ਪਾਲਣੀ ਵੀ ਹੈ, ਪਰ ਪਾਲਣ ਵਾਸਤੇ ਲੋੜ ਮੁਤਾਬਕ ਭੋਜਨ ਛਕਣਾ ਹੈ। ਜਿੰਨੀ ਕੁ ਭੁੱਖ ਹੈ ਉਹੋ ਜਿਹਾ ਸ਼ੁੱਧ ਆਹਾਰ ਛਕਣਾ ਹੈ, ਨਾ ਕਿ ਬਹੁਤਾ ਨਹੀਂ ਛਕਣਾ ਹੈ। ਇਹ ਬਚਨ ਮਹਾਰਾਜ ਜੀਆਂ ਦਾ ਸੰਗਤ ਵਿੱਚ ਇਹ ਬਚਨ ਸਮਝਾਇਆ ਜਾਂਦਾ ਵੀ ਵਰਤ ਨਾ ਰੱਖ, ਵਰਤ ਇਹ ਰੱਖ ਵੀ ਥੋੜ੍ਹਾ ਭੋਜਨ ਖਾਇਆ ਕਰ ਔਰ ਖਾਇਆ ਜ਼ਰੂਰ ਕਰ। ਇਹ ਸੰਗਤ ਵਿੱਚ ਦਾਤ ਮਿਲਦੀ ਹੈ। ਪੌਣ ਨਾ ਪਾਣੀ। ਤੇ ਪਾਤਸ਼ਾਹ ਕਹਿਣ ਲੱਗੇ ਸੰਗਤ ਵਿੱਚ ਪੌਣ ਕਹੀਏ ਵਾਸ਼ਨਾ ਨਹੀਂ ਹੈ। ਇੱਥੇ ਆ ਕੇ ਵਾਸ਼ਨਾ ਸਾਰੀਆਂ ਖਤਮ ਹੋ ਜਾਂਦੀਆਂ। ਭਾਵੇਂ ਕਿ ਬਾਹਰੋਂ ਆ ਕੇ ਸਾਡੇ ਮਨ ਵਿੱਚ ਕਈ ਵਾਸ਼ਨਾਵਾਂ ਹੁੰਦੀਆਂ, ਗੁਰੂ ਦੀ ਸੰਗਤ ਵਿੱਚ ਆ ਕੇ ਇਹ ਦਾਤ ਮਿਲਦੀ ਹੈ, ਵਾਸ਼ਨਾ ਖਤਮ ਹੋ ਗਈਆਂ। ਇਹ ਗੁਰੂ ਦਾ ਹੁਕਮ ਬਖਸ਼ਿਸ਼ ਹੈ। ਤੇ ਪਾਣੀ ਤੋਂ ਭਾਵ ਹੈ ਗੁਰਮੁਖੋ ਪਦਾਰਥਾਂ ਵਿੱਚ ਖਚਤ ਹੋ ਜਾਣਾ, ਹਰ ਵੇਲੇ ਪਦਾਰਥਾਂ ਦੀ ਇੱਛਾ ਲੱਗੀ ਰਹਿਣੀ। ਇਹ ਗੁਰੂ ਦੀ ਸੰਗਤ ਵਿੱਚ ਆ ਕੇ ਪਦਾਰਥਾਂ ਦੀ ਇੱਛਾ ਵੀ ਮੁੱਕ ਜਾਂਦੀ ਹੈ। ਐਸੀ ਦਾਤ ਮਹਾਰਾਜ ਬਚਨ ਜਿਹੜੇ ਬਖਸ਼ਿਸ਼ ਕਰਦੇ ਹਨ। ਸਾਖੀ ਜਾਗੀ ਗੁਰਮੁਖ ਜਾਣੀ। ਜਿਨ੍ਹਾਂ ਨੇ ਮੁਖੀ ਗੁਰਾਂ ਦੀ ਸਾਖੀ ਕਹੀਏ ਸਿੱਖਿਆ ਲਈ ਹੈ, ਗੁਰੂ ਦੀ ਸਿੱਖਿਆ ਲੈ ਕੇ ਕੀ ਮਿਲਿਆ, ਉਹਨਾਂ ਦੀ ਬਿਰਤੀ ਜਾਗ ਪਈ ਹੈ, ਬਿਰਤੀ ਧਿਆਨ ਜਾਗ ਪਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹੋ ਮਨ ਸੋਇਆ ਮਾਇਆ ਬਿਸਮਾਦ। ਸਾਡਾ ਮਨ ਵੀ ਸੁੱਤਾ, ਸਾਡੀ ਬਿਰਤੀ ਵੀ ਸੁੱਤੀ ਹੋਈ ਹੈ। ਕਾਹਦੇ ਵੱਲੋਂ? ਪਰਮੇਸ਼ਰ ਦੇ ਨਾਮ ਦੇ ਵੱਲੋਂ। ਦੁਨੀਆ ਵੱਲ ਅਸੀਂ ਜਾਗਦੇ ਹਾਂ, ਪਰ ਅਸਲ ਵਿੱਚ ਰੱਬ ਵੱਲੇ ਸੁੱਤੇ ਹਾਂ। ਪਰ ਪਾਤਸ਼ਾਹ ਕਹਿਣ ਲੱਗੇ ਸਾਖੀ ਜਾਗੀ ਗੁਰਮੁਖ ਜਾਣੀ। ਜਦੋਂ ਮੁਖੀ ਗੁਰਾਂ ਦੇ ਕੋਲ ਗਏ, ਸਤਿਗੁਰਾਂ ਨੇ ਸਾਖੀ ਕਹੀਏ ਸਿੱਖਿਆ ਦਿੱਤੀ ਸਾਨੂੰ, ਉਸ ਵੇਲੇ ਫਿਰ ਸਾਡੀ ਬਿਰਤੀ ਜਾਗ ਪਈ ਵੀ ਮੈਂ ਆਇਆ ਕੀ ਲੈਣਾ ਦੁਨੀਆ 'ਤੇ। ਫਿਰ ਇਹ ਸਮਝ ਪੈ ਗਈ ਹੈ, ਉਸਨੇ ਸਤ ਸੰਗਤ ਦੀ ਮਹਿਮਾ ਜਾਣ ਲਈ। ਜਿਹਦੀ ਬਿਰਤੀ ਜਾਗ ਪਈ ਨਾ, ਉਹਨੂੰ ਪਤਾ ਲੱਗਾ ਵੀ ਸੰਗਤ ਦੀ ਮਹਿਮਾ ਕੀ ਹੈ, ਸੰਗਤ ਵਿੱਚ ਕਿਉਂ ਜਾਈਦਾ ਹੈ। ਇਹ ਕਿਸੇ ਵਿਰਲੇ ਗੁਰਮੁਖ ਨੂੰ ਇਸ ਗੱਲ ਦੀ ਸੋਝੀ ਆਈ ਹੈ। ਉਪਜੈ ਗਿਆਨ ਦੁਰਮਤ ਛੀਜੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਗਤ ਵਿੱਚ ਜਾ ਕੇ ਗਿਆਨ ਪੈਦਾ ਹੁੰਦਾ। ਸੰਗਤ ਵਿੱਚ ਕੀ ਮਿਲਦਾ ਹੈ? ਸੰਗਤ ਵਿੱਚ ਨਿਤ ਨਵਾਂ ਗਿਆਨ ਮਿਲਦਾ ਹੈ। ਸੋ ਉਸ ਗਿਆਨ ਦੇ ਨਾਲ ਅਸੀਂ ਮੁਕਤ ਹੋ ਜਾਣਾ। ਗਿਆਨ ਅੰਜਨ ਗੁਰ ਦੀਆ। ਇਹ ਸਾਧ ਸੰਗਤ ਵਿੱਚ ਮਹਾਰਾਜ ਗਿਆਨ ਵੰਡਦੇ ਪਏ, ਜਿਸ ਗਿਆਨ ਦੇ ਸਮੇਤ ਤਰਨਾ ਹੈ। ਉਪਜਿਆ ਗਿਆਨ, ਬ੍ਰਹਮ ਗਿਆਨ ਵੀ ਸੰਗਤ ਵਿੱਚੋਂ ਪੈਦਾ ਹੋ ਜਾਂਦਾ, ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਆਪਣੇ ਜੀਵਨ ਦਾ ਗਿਆਨ ਵੀ ਸੰਗਤ ਵਿੱਚੋਂ ਮਿਲਦਾ ਹੈ। ਦੁਰਮਤ ਛੀਜੈ। ਜਿਹੜੀ ਦੁਰਮਤ ਖੋਟੀ ਮਤ ਹੈ, ਹਰ ਵੇਲੇ ਮਾੜੇ ਵਿਚਾਰ, ਹਰ ਵੇਲੇ ਮਾੜੇ ਕੰਮ, ਇਹ ਚੀਜ਼ਾਂ ਨਾਸ ਹੋ ਜਾਂਦੇ। ਗੁਰੂ ਦੀ ਸੰਗਤ ਵਿੱਚ ਆ ਕੇ ਖੋਟੀ ਮਤ ਨਾਸ ਹੋ ਜਾਂਦੀ ਹੈ। ਸ਼ਰਾਬੀ ਸ਼ਰਾਬ ਛੱਡ ਦਿੰਦਾ ਹੈ, ਵਕਾਰੀ ਵਕਾਰ ਛੱਡ ਦਿੰਦਾ ਹੈ, ਚੋਰ ਚੋਰੀ ਛੱਡ ਦਿੰਦਾ। ਇਹ ਸੰਗਤ ਵਿੱਚੋਂ ਆ ਕੇ ਦਾਤਾਂ ਮਿਲਦੀਆਂ। ਸੰਗਤ ਐਸੀ ਹੈ। ਸੋ ਕਹਿਣ ਲੱਗੇ ਵਕਾਰੀਆਂ ਦੇ ਵਕਾਰ, ਦੁਰਮਤੀਆਂ ਦੇ ਦੁਰਮਤ ਛੁੱਟ ਗਈ, ਖੋਟੀ ਮਤ ਛੁੱਟ ਗਈ ਹੈ। ਸੋ ਸੰਗਤ ਐਸੀ ਹੈ, ਜੀਵਨ ਐਸਾ ਹੋਇਆ ਕਰਦਾ ਹੈ। ਕਹਿਣ ਲੱਗੇ ਇੱਕ ਮਹਾਤਮਾ ਮਹਾਂਪੁਰਖ ਨਾ ਕਿਸੇ ਵੱਡੇ ਸ਼ਹਿਰ ਵਿੱਚ ਕਥਾ ਵਿਖਿਆਨ ਕਰਦੇ ਪਏ, ਅਤੇ ਇੱਕ ਸਿੱਖ ਪਰਿਵਾਰ ਹੈ, ਉਹ ਮਹਾਂਪੁਰਖਾਂ ਦੀ ਕਥਾ ਸੁਣਨ ਵਾਸਤੇ ਜਾਂਦਾ ਹੈ। ਅਤੇ ਗੱਡੀ ਕਿਰਾਏ 'ਤੇ ਲੈ ਕੇ ਜਾਂਦਾ ਹੈ। ਕਿਰਾਏ 'ਤੇ ਗੱਡੀ ਲੈ ਕੇ ਵੀ ਸਾਨੂੰ ਸੰਗਤ ਵਿੱਚ ਲੈ ਜਾਇਆ ਕਰ, ਔਰ ਸੰਗਤ ਵਿੱਚੋਂ ਜਦੋਂ ਸਮਾਪਤੀ ਹੋਵੇ ਤਾਂ ਵਾਪਸ ਘਰੇ ਛੱਡ ਦਿਆ ਕਰ। ਉਹ ਡਰਾਈਵਰ ਜਿਹੜਾ ਹੈ ਨਾ ਵਿਅਕਤੀ, ਉਹ ਲੈ ਜਾਂਦਾ ਅਤੇ ਬਾਹਰ ਜਿੱਥੇ ਜੋੜੇ ਪਏ ਨਾ ਉੱਥੇ ਖੜ੍ਹ ਜਾਂਦਾ ਹੈ ਅਤੇ ਰੱਜ ਕੇ ਸ਼ਰਾਬ ਪੀਂਦਾ ਹੈ। ਦਿਨੇ ਰਾਤ ਸ਼ਰਾਬ ਵਿੱਚ ਹੀ ਗੁਲਤਾਨ ਹੋਏ ਰਹਿਣਾ ਔਰ ਬਾਹਰ ਖੜ੍ਹੇ ਰਹਿਣਾ ਜੋੜਿਆਂ ਦੇ ਕੋਲ। ਜਦੋਂ ਸਮਾਪਤੀ ਹੋਣੀ ਉਦੋਂ ਬਿਠਾ ਕੇ ਲੈ ਜਾਣਾ। ਜਦੋਂ ਬਚਨ ਸੁਣਨੇ ਕਥਾ ਵਿਖਿਆਨ ਦੇ ਮਹਾਂਪੁਰਖਾਂ ਦੇ ਬੜੇ ਚੰਗੇ ਲੱਗਣੇ। ਕਿਸੇ ਨੂੰ ਪੁੱਛਿਆ, ਕਹਿਣ ਲੱਗਾ ਮੈਂ ਇਹਨਾਂ ਦੀ ਸੰਗਤ ਕਰ ਸਕਦਾ ਜਦੋਂ ਕਿਤੇ ਮਨ ਬਦਲਿਆ ਨਾ। ਅਤੇ ਉਹ ਦੱਸਣ ਵਾਲੇ ਬਹੁਤੇ ਲੋਕ ਡਰਾਉਣ ਵਾਲੇ ਵੀ ਹੋਇਆ ਕਰਦੇ। ਉਹਨੇ ਦੱਸਿਆ, ਕਹਿਣ ਲੱਗਾ ਵੇਖੀ ਕਿਤੇ ਨੇੜੇ ਨਾ ਚਲਾ ਜਾਈ ਇਹਨਾਂ ਦੇ, ਇਹਨਾਂ ਨੇ ਤੈਨੂੰ ਬੜਾ ਕੁੱਟਣਾ ਹੈ, ਤੂੰ ਸ਼ਰਾਬ ਪੀਤੀ ਰੱਜਿਆ ਹੋਇਆ। ਇਹ ਮਹਾਤਮਾ ਲੋਕ ਬਾਣੀ ਪੜ੍ਹਨ ਵਾਲੇ। ਮਨ ਡਰ ਗਿਆ ਕਿ ਮੈਂ ਤਾਂ ਇਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਇਹਨਾਂ ਦੇ ਕੋਲ ਜਾਇਆ ਮੈਨੂੰ ਮਾਰ ਪੈਣੀ ਹੈ। ਅੰਦਰ ਜਾਣ ਦਾ ਹੀਆ ਨਾ ਪਿਆ, ਪਰ ਮਨ ਨੇ ਇਹੋ ਜਿਹਾ ਵਿਚਾਰ ਬਦਲਿਆ। ਅੱਗੇ ਜੋੜਿਆਂ ਦੇ ਵਿੱਚ ਖਲੋਤਾ ਰਹਿੰਦਾ, ਅੱਜ ਜੋੜਿਆਂ ਦੀ ਸੇਵਾ ਕਰਨ ਲੱਗ ਪਿਆ ਕਿ ਜੋੜੇ ਹੀ ਸਾਫ਼ ਕਰਾਂ, ਕੋਈ ਤਾਂ ਮੇਰਾ ਭਲਾ ਹੋਵੇ। ਜਦੋਂ ਕਥਾ ਵਿਖਿਆਨ ਦੀ ਸਮਾਪਤੀ ਹੋਈ ਨਾ, ਤਾਂ ਮਹਾਂਪੁਰਖ ਬਾਹਰ ਨਿਕਲੇ। ਚਾਹੁੰਦਾ ਤਾਂ ਹੈ ਮਿਲਣਾ,
ਪਰ ਮਨ ਅੰਦਰੋਂ ਡਰਦਾ ਪਿਆ ਵੀ ਮੈਂ ਤਾਂ ਹਰ ਵੇਲੇ ਇਹ ਸ਼ਰਾਬ, ਇਹ ਖੋਟਾ ਨਸ਼ਾ ਕਰਦਾ ਰਹਿੰਦਾ, ਮੈਂ ਇਹਨਾਂ ਦੇ ਕੋਲ ਜਾਵਾਂਗਾ ਮੈਨੂੰ ਮਾਰ ਪਵੇਗੀ। ਮਹਾਂਪੁਰਖ ਬਾਹਰ ਨਿਕਲੇ ਨਾ, ਉਹਦੇ ਵੱਲ ਵੇਖ ਕੇ ਹੱਸ ਪਏ, ਆਪ ਜਾ ਕੇ ਉਹਨੂੰ ਗਲ ਦੇ ਨਾਲ ਲਾ ਲਿਆ। ਉਸ ਵਿਅਕਤੀ ਦੇ ਦੱਸਣ ਦੀ ਆਪਣੀ ਕਹਾਣੀ ਹੈ, ਐਸਾ ਗਲ ਦੇ ਨਾਲ ਲਾਇਆ, ਉਸ ਤੋਂ ਮਗਰੋਂ ਨਸ਼ਾ ਕਰਨ ਦੀ ਲੋੜ ਹੀ ਨਹੀਂ ਪਈ। ਕਦੇ ਮਨ ਹੀ ਨਹੀਂ ਬਣਿਆ, ਕਦੇ ਵਿਚਾਰ ਹੀ ਨਹੀਂ ਬਣਿਆ, ਮਨ ਹੀ ਬਦਲ ਗਿਆ। ਐਸਾ ਗੁਰਮਤਿ ਨੂੰ ਪ੍ਰਾਪਤ ਹੋਇਆ ਕਿ ਸਵਾਸ ਸਵਾਸ ਨਾਮ ਜਪਣ ਦੀ ਅਵਸਥਾ ਬਣ ਗਈ। ਐਸਾ ਭਲਾ ਹੋਇਆ ਹੈ। ਮਹਾਰਾਜ ਕਹਿਣ ਲੱਗੇ, ਭਾਈ ਇਹ ਜਿਹੜੀ ਸੰਗਤ ਹੈ ਦੁਰਮਤ ਛੀਜੈ, ਇਹਦੇ ਵਿੱਚ ਖੋਟੀ ਮੱਤ ਆ ਕੇ ਨਾਸ ਹੋ ਜਾਂਦੀ ਹੈ। ਸੰਗਤ ਜੇ ਆਪਾਂ ਬਾਹਰ ਵੀ ਕਿਤੇ ਬੈਠ ਗਏ ਨਾ, ਆ ਕੇ ਜੋੜਿਆਂ ਦੇ ਕੋਲ ਹੀ ਆ ਕੇ ਬੈਠ ਗਏ ਅਤੇ ਸਾਡੇ ਕੰਨਾਂ ਵਿੱਚ ਗੁਰੂ ਦੀ ਬਾਣੀ ਦੇ ਬਚਨ ਪੈਂਦੇ ਪਏ, ਅਤੇ ਗੁਰੂ ਦੇ ਬਚਨ ਐਸੇ ਨੇ, ਖੋਟੀ ਮੱਤ ਨਾਸ ਹੋ ਜਾਂਦੀ ਹੈ। ਐਸਾ ਜੀਵਨ ਬਦਲ ਜਾਂਦਾ ਹੈ। ਅੰਮ੍ਰਿਤ ਰਸ ਗਗਨੰਤਰ ਭੀਜੈ। ਗਗਨੰਤਰ ਤੋਂ ਭਾਵ ਜਿਹੜਾ ਚੇਤਨ ਦੇਵ ਹੈ, ਸੋ ਕਹਿਣ ਲੱਗੇ ਚੇਤਨ ਦੇਵ ਰੂਪੀ ਜਿਹੜਾ ਅੰਮ੍ਰਿਤ ਰਸ ਹੈ, ਉਹਨਾਂ ਦੇ ਅੰਦਰ ਗੁਰਮੁਖਾਂ ਦਾ ਮਨ ਭਿੱਜ ਜਾਂਦਾ ਹੈ। ਇਸ ਕਲਾ ਜੋ ਜਾਣੈ ਭਿਓ। ਗੁਰਮੁਖੋ ਇਹ ਜਿਹੜਾ ਸੰਤ ਸਮਾਗਮ ਹੈ ਨਾ, ਇਸ ਦੇ ਵਿੱਚ ਕਲਾ ਕਹੀਏ ਸ਼ਕਤੀ ਜਾਂ ਯੁਕਤੀ ਦਾ ਜਿਹੜਾ ਭੇਦ ਜਾਣਦਾ ਹੈ। ਸੰਗਤ ਵਿੱਚ ਆ ਕੇ ਗੁਰੂ ਦੀ ਸ਼ਕਤੀ ਦਾ ਵੀ ਪਤਾ ਲੱਗ ਜਾਂਦਾ ਹੈ ਵੀ ਗੁਰੂ ਕੀ ਕਰ ਸਕਦਾ ਹੈ। ਸੰਗਤ ਵਿੱਚ ਆ ਕੇ ਇਹ ਯੁਕਤੀ ਵੀ ਮਿਲ ਜਾਂਦੀ ਹੈ ਵੀ ਪ੍ਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਇਹ ਦੋਵੇਂ ਦਾਤਾਂ ਮਿਲਦੀਆਂ ਇਸ ਕਲਾ ਤੋਂ ਭਾਵ ਸ਼ਕਤੀ। ਸੰਗਤ ਵਿੱਚੋਂ ਗੁਰੂ ਦੀ ਸ਼ਕਤੀ ਦਾ, ਦਾਤ ਦਾ ਪਤਾ ਲੱਗਦਾ ਆ ਕੇ ਵੀ ਗੁਰੂ ਕੀ ਕਰਦਾ ਹੈ, ਅਤੇ ਸੰਗਤ ਵਿੱਚ ਹੀ ਆ ਕੇ ਮਹਾਰਾਜ ਕਹਿਣ ਲੱਗੇ ਯੁਕਤੀ ਪਤਾ ਲੱਗਦੀ ਹੈ ਵੀ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ। ਇਹ ਦੋ ਦਾਤਾਂ ਪ੍ਰਾਪਤ ਹੁੰਦੀਆਂ ਹਨ। ਭੇਟੈ ਤਾਸ ਪਰਮ ਗੁਰਦੇਵ। ਤੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਇਸ ਭੇਦ ਨੂੰ ਜਾਣ ਲੈਂਦਾ ਹੈ ਵੀ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ, ਭੇਟੈ ਤਾਸ ਪਰਮ ਗੁਰਦੇਵ, ਉਸ ਨੂੰ ਗੁਰਦੇਵ ਜਿਹੜਾ ਪ੍ਰਮਾਤਮਾ ਉਹ ਫਿਰ ਭੇਟੇ ਕਹੀਏ ਮਿਲ ਪੈਂਦਾ ਹੈ। ਜਿਹੜਾ ਇਸ ਗੱਲ ਦੀ ਸੋਝੀ ਰੱਖਦਾ ਹੈ ਨਾ, ਜੁਗਤੀ ਲੈਂਦਾ ਨਾ ਸੰਗਤ ਵਿੱਚੋਂ ਆ ਕੇ, ਉਸ ਨੂੰ ਫਿਰ ਪਰਮੇਸ਼ਰ ਅਕਾਲ ਪੁਰਖ ਮਿਲ ਜਾਂਦਾ ਹੈ। ਦਸਮ ਦੁਆਰਾ ਅਗਮ ਅਪਾਰਾ। ਪਾਤਸ਼ਾਹ ਕਹਿਣ ਲੱਗੇ ਦਸਮ ਦੁਆਰਾ ਕੀ ਹੈ? ਦਸਾਂ ਦੀ ਪ੍ਰਾਪਤੀ ਕਰਨੀ ਅਤੇ ਦਸਾਂ ਦੀ ਨਿਰਵਿਰਤੀ ਕਰਨੀ ਸੰਗਤ ਵਿੱਚ ਆ ਕੇ। ਇਹ ਸੰਗਤ ਵਿੱਚੋਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪਰਮ ਪੁਰਖ ਕੀ ਘਾਟੀ। ਇਹ ਸਤ ਸੰਗਤ ਜਿਹੜੀ ਹੈ, ਇਹ ਅਗਮ ਅਪਾਰ ਜੋ ਪ੍ਰਮਾਤਮਾ ਹੈ ਉਸ ਦੇ ਰਹਿਣੇ ਦੀ ਘਾਟੀ ਕਹੀਏ ਜਗ੍ਹਾ ਹੈ ਇਹ ਜਿਹੜੀ ਸੰਗਤ ਹੈ। ਸੋ ਮਹਾਰਾਜ ਕਹਿਣ ਲੱਗੇ ਦਸਮ ਦੁਆਰਾ ਦਸਾਂ ਦੀ ਪ੍ਰਾਪਤੀ ਕਰਨੀ। 10 ਕਿਹੜੇ ਨੇ? ਸਤ, ਸੰਤੋਖ, ਧੀਰਜ, ਧਰਮ ਅਤੇ ਵਿਚਾਰ। ਇਹਨਾਂ ਪੰਜਾਂ ਦੀ ਪ੍ਰਾਪਤੀ ਕਰ ਲੈਣੀ। ਸੰਗਤ ਵਿੱਚੋਂ ਆ ਕੇ ਸਤ ਮਿਲ ਜਾਣਾ, ਸੱਚ ਬੋਲਦਾ ਪਿਆ। ਸੰਗਤ ਵਿੱਚੋਂ ਆ ਕੇ ਸੰਤੋਖ ਮਿਲ ਜਾਣਾ, ਜਥਾ ਲਾਭ ਤਥਾ ਸੰਤੁਸ਼ਟ। ਸੰਗਤ ਵਿੱਚੋਂ ਆ ਕੇ ਧੀਰਜ ਪ੍ਰਾਪਤ ਹੋ ਜਾਣੀ, ਹੌਸਲਾ ਪ੍ਰਾਪਤ ਹੋ ਜਾਣਾ ਕਿ ਕੋਈ ਨਹੀਂ ਅੱਜ ਪ੍ਰਾਪਤੀ ਨਹੀਂ ਤੇ ਕੱਲ੍ਹ ਨੂੰ ਜ਼ਰੂਰ ਹੋਵੇਗੀ। ਸੰਗਤ ਵਿੱਚੋਂ ਆ ਕੇ ਧਰਮ ਦੇ ਵਿੱਚ ਪਰਪੱਕ ਰਹਿਣਾ, ਇਹ ਪ੍ਰਾਪਤ ਹੋ ਜਾਂਦਾ ਹੈ। ਅਤੇ ਸੰਗਤ ਵਿੱਚੋਂ ਆ ਕੇ ਸ਼ੁਭ ਵਿਚਾਰ ਪ੍ਰਾਪਤ ਹੋਣੇ, ਇਹ 5 ਗੁਣ ਮਿਲਦੇ। ਇਹਨਾਂ ਪੰਜਾਂ ਦੇ ਨਾਲ ਅੱਗੇ ਮਹਾਰਾਜ ਕਹਿਣ ਲੱਗੇ ਸੰਗਤ ਵਿੱਚੋਂ ਆ ਕੇ ਅਸੰਗਤਾ, ਸਮਤਾ, ਪ੍ਰਕਾਸ਼ਤਾ, ਸੀਤਲਤਾਈ ਅਤੇ ਧੀਰਜਤਾ ਪ੍ਰਾਪਤ ਹੁੰਦੀ ਹੈ। ਜਿਵੇਂ 5 ਤੱਤ ਨੇ ਨਾ, ਜਿਵੇਂ ਅੱਗ ਹੈ, ਅੱਗ ਦੇ ਵਿੱਚੋਂ ਪ੍ਰਕਾਸ਼, ਅਤੇ ਇਸੇ ਤਰ੍ਹਾਂ ਜਿਵੇਂ ਧਰਤੀ ਹੈ ਉਹਦੇ ਵਿੱਚੋਂ ਧੀਰਜ, ਜਿਵੇਂ ਪਾਣੀ ਹੈ ਉਹਦੇ ਵਿੱਚੋਂ ਸੀਤਲਤਾਈ, ਜਿਵੇਂ ਹਵਾ ਹੈ ਉਹਦੇ ਵਿੱਚੋਂ ਆਪਾਂ ਕਹਿ ਲਈਏ ਸਮਤਾ, ਅਤੇ ਜਿਵੇਂ ਆਕਾਸ਼ ਹੈ ਉਹਦੇ ਵਿੱਚੋਂ ਅਸੰਗਤਾ। ਇਹ ਜਿਹੜੇ 5 ਸ਼ੁਭ ਗੁਣ ਨੇ ਇਹ ਪ੍ਰਾਪਤ ਹੋ ਜਾਂਦੇ। ਇਹ 5 ਪਹਿਲਾਂ ਸਰਵਣ ਕੀਤੇ, 5 ਆਪਾਂ ਹੁਣ। ਇਸ ਤਰ੍ਹਾਂ ਇਹ 10 ਜਿਹੜੇ ਨੇ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ 10 ਦੀ ਨਿਰਵਿਰਤੀ ਹੁੰਦੀ। 10 ਕਿਹੜੇ ਨੇ? 5 ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਪੰਜਾਂ ਨੂੰ ਛੱਡਣਾ ਹੈ। ਅਤੇ 5 ਨੇ ਸ਼ਬਦ, ਸਪਰਸ, ਰੂਪ, ਰਸ ਅਤੇ ਗੰਧ। ਇਹਨਾਂ ਪੰਜਾਂ ਵਿਸ਼ਿਆਂ ਨੂੰ ਛੱਡਣਾ ਹੈ। ਇਹ ਐਸੀ ਦਾਤ ਸੰਗਤ ਵਿੱਚੋਂ ਮਿਲਦੀ ਹੈ। ਪਰਮ ਪੁਰਖ ਕੀ ਘਾਟੀ। ਇਹ ਭਾਈ ਪਰਮ ਪੁਰਖ ਜਿਹੜਾ ਅਕਾਲ ਪੁਰਖ ਹੈ ਉਸ ਦੀ ਘਾਟੀ ਕਹੀਏ ਸਤ ਸੰਗਤ ਇੱਕ ਜਗ੍ਹਾ ਹੈ। ਉੱਪਰ ਹਾਟ ਪਰ ਆਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੀਆਂ ਪ੍ਰਿਥਵੀਆਂ ਤੋਂ ਉੱਪਰ ਇਹ ਭਾਰਤ ਖੰਡ ਦੀ ਧਰਤੀ ਹੈ ਜਿਸ ਵਿੱਚ ਆਪਾਂ ਬੈਠੇ ਹਾਂ, ਜਿਸ ਦੇਸ਼ ਵਿੱਚ ਆਪਾਂ ਰਹਿੰਦੇ, ਇਸ ਨੂੰ ਭਾਰਤ ਖੰਡ ਕਿਹਾ ਜਾਂਦਾ ਹੈ। ਇਸ ਨੂੰ ਕਰਮ ਭੂਮੀ ਆਖਦੇ ਨੇ ਅਤੇ ਇਹਦੇ ਤੋਂ ਬਿਨਾਂ ਜਿਹੜੀ ਬਾਕੀ ਧਰਤੀ ਹੈ ਉਸ ਨੂੰ ਭੋਗ ਭੂਮੀ ਕਿਹਾ ਜਾਂਦਾ ਹੈ। ਇਸ ਧਰਤੀ 'ਤੇ ਵਿਅਕਤੀ ਆ ਕੇ ਕਰਮ ਕਰਦਾ ਹੈ, ਬਾਕੀ ਧਰਤੀਆਂ ਦੇ ਉੱਪਰ ਕੀਤੇ ਹੋਏ ਕਰਮ ਨੂੰ ਭੋਗਦਾ ਹੈ।
ਸੋ ਕਹਿਣ ਲੱਗੇ ਉੱਪਰ ਹਾਟ ਸਭ ਤੋਂ ਉੱਪਰ ਜਿਹੜੀ ਪ੍ਰਿਥਵੀ ਹੈ ਉਹ ਹੈ ਭਾਰਤ ਖੰਡ ਦੀ, ਅਤੇ ਭਾਰਤ ਖੰਡ ਦੀ ਜਿਹੜੀ ਪ੍ਰਿਥਵੀ ਭੂਮੀ ਹੈ ਉਹਦੇ ਉੱਪਰ ਸਭ ਤੋਂ ਵੱਡੀ ਜਿਹੜੀ ਹੱਟੀ ਹੈ, ਹੱਟ ਹੈ, ਉਹ ਹੱਟ ਕਿਹੜਾ ਹੈ? ਮਹਾਰਾਜ ਕਹਿਣ ਲੱਗੇ ਉਹ ਸਤ ਸੰਗਤ ਰੂਪੀ ਹੱਟ ਹੈ। ਇਸ ਭਾਰਤ ਖੰਡ ਰੂਪੀ ਭੂਮੀ ਦੇ ਵਿੱਚ ਸਤ ਸੰਗਤ ਰੂਪੀ ਹੱਟ ਪ੍ਰਮਾਤਮਾ ਦਾ ਬਣਿਆ ਹੈ। ਉੱਪਰ ਹਾਟ, ਹਾਟ ਪਰ ਆਲਾ, ਆਲੇ ਭੀਤਰ ਬਾਤਾਤੀ। ਤੇ ਇਹ ਜਿਹੜੀ ਸਤ ਸੰਗਤ ਰੂਪੀ ਆਲਾ ਹੈ ਇਹਦੇ ਵਿੱਚ ਬ੍ਰਹਮਾ ਆਨੰਦ ਦੀ ਪ੍ਰਾਪਤੀ ਕਰਨੀ, ਇਹ ਥੈਲੀ ਪ੍ਰਮਾਤਮਾ ਨੇ ਰੱਖੀ ਹੋਈ ਹੈ। ਜਾਗਤ ਰਹੇ ਸੋ ਕਬੂ ਨਾ ਸੋਵੈ। ਜੋ ਸਤ ਸੰਗਤ ਨੂੰ ਪਾ ਕੇ ਭਜਨ ਸਿਮਰਨ ਕਰਦਾ ਹੈ ਉਹ ਹਮੇਸ਼ਾ ਜਾਗਦਾ ਹੀ ਰਹਿੰਦਾ ਹੈ। ਪਿਛਲੀ ਉਮਰ ਗੁਨਾਹੀ ਬੀਤੀ ਪ੍ਰਭ ਕੀ ਭਗਤ ਨ ਕੀਤੀ, ਆਗੇ ਸਮਝ ਚੱਲੋ ਆਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਸੰਗਤ ਵਿੱਚ ਆ ਕੇ ਉਹ ਫਿਰ ਗੁਰਮੁਖ ਜਿਹੜੇ ਨੇ ਸਿਮਰਨ ਭਜਨ ਕਰਦਿਆਂ ਹੋਇਆਂ ਹਰ ਵੇਲੇ ਜਾਗਦੇ ਰਹਿੰਦੇ ਹਨ। ਤੀਨ ਤਲੋਕ ਸਮਾਦ ਪਲੋਵੈ। ਜਾਗਤ ਰਹਿ ਸੋ ਕਬਹੂ ਨਾ ਸੋਵੈ। ਮਹਾਰਾਜ ਕਹਿਣ ਲੱਗੇ ਅਵਿਦਿਆ ਰੂਪੀ ਨੀਂਦ ਵਿੱਚ ਉਹ ਗੁਰਮੁਖ ਫਿਰ ਕਦੇ ਸੌਂਦੇ ਨਹੀਂ ਹਨ। ਤੀਨ ਤਲੋਕ ਸਮਾਦ ਪਲੋਵੈ। ਇਹ ਜਿਹੜੇ ਤਿੰਨ ਲੋਕ ਨੇ, ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ ਜਿਹੜੇ ਹਨ, ਇਹਨਾਂ ਤਿੰਨਾਂ ਨੂੰ ਕਹਿਣ ਲੱਗੇ ਇਹਨਾਂ ਤਿੰਨਾਂ ਦੀ ਸਮਾਧੀ ਦੇ ਵਿੱਚ ਉਹ ਜਿਹੜੇ ਗੁਰਮੁਖ ਨੇ ਆਪਣੇ ਆਪ ਨੂੰ ਪਲੋਵੈ ਅਭਾਵ ਕਰ ਲੈਂਦੇ। ਇਹਨਾਂ ਤਿੰਨਾਂ ਲੋਕਾਂ ਦੇ ਪਦਾਰਥਾਂ ਵਿੱਚ ਨਹੀਂ ਪੈਂਦੇ ਹਨ ਕਿ ਪਤਾਲ ਦੇ ਪਦਾਰਥ ਮਿਲ ਜਾਣ, ਸਵਰਗਾਂ ਦੇ ਮਿਲ ਜਾਣ, ਇਸ ਧਰਤੀ ਦੇ ਜਿੱਥੇ ਆਪਾਂ ਰਹਿੰਦੇ ਆ ਮਿਲ ਜਾਣ। ਨਹੀਂ, ਇਹਨਾਂ ਤਿੰਨਾਂ ਲੋਕਾਂ ਦੇ ਪਦਾਰਥਾਂ ਨੂੰ ਗੁਰਮੁਖ ਅਭਾਵ ਕਰ ਦਿੰਦੇ, ਦੂਰ ਕਰ ਦਿੰਦੇ ਹਨ। ਬੀਜ ਮੰਤਰ ਲੈ ਹਿਰਦੈ ਰਹੈ। ਗੁਰਮੁਖੋ ਬੀਜ ਮੰਤਰ ਕੀ ਹੈ? ਸਾਰਿਆਂ ਮੰਤਰਾਂ ਦਾ ਬੀਜ ਰੂਪ ਹੈ ਸਤਨਾਮ। ਜਪਮਾਨ ਸਤਨਾਮ ਸਦਾ, ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਇਹ ਬਚਨ ਮਹਾਰਾਜ ਜੀਆਂ ਦੇ। ਇਹ ਸਾਰੇ ਮੰਤਰਾਂ ਦਾ ਬੀਜ ਜਿਹੜਾ ਹੈ ਉਹ ਹੈ ਸਤਨਾਮ। ਗੁਰਮੁਖ ਜਿਹੜੇ ਨੇ ਸਤਨਾਮ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਟਿਕਾਉਂਦੇ ਹਨ, ਐਸੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ। ਮਨਵਾ ਉਲਟ ਸੁਨ ਮੰਗ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਮਨ ਹੈ ਇਸ ਨੂੰ ਸੰਸਾਰ ਵੱਲੋਂ ਉਲਟਾ ਲੈਂਦੇ। ਜਿਵੇਂ ਸਾਡਾ ਮਨ ਸੰਸਾਰ ਵਿੱਚ ਲੱਗਾ ਹੈ ਨਾ, ਗੁਰਮੁਖਾਂ ਦਾ ਮਨ ਸੰਸਾਰ ਵੱਲੋਂ ਉਲਟ ਜਾਂਦਾ ਹੈ। ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਐਸੀ ਅਵਸਥਾ ਬਣ ਜਾਂਦੀ ਹੈ। ਮਨਵਾ ਉਲਟ, ਇਹ ਮਨ ਸੰਸਾਰ ਵੱਲੋਂ ਉਲਟ ਕੇ ਸੁਨ ਮੈਂ ਗਹਿ, ਜੋ ਅਫੁਰ ਸਰੂਪ ਪਰਮਾਤਮਾ ਹੈ ਉਹਦੇ ਵਿੱਚ ਮਨ ਜੁੜ ਜਾਂਦਾ। ਇਹ ਦਾਤ ਸੰਗਤ ਵਿੱਚੋਂ ਮਿਲਦੀ ਹੈ। ਜਾਗਤ ਰਹੇ ਨਾ ਅਲੀਆ ਭਾਖੈ। ਉਹ ਜਿਹੜੇ ਗੁਰਮੁਖ ਨੇ ਜਾਗਤ ਰਹੇ, ਜਾਗਰਤ ਅਵਸਥਾ ਵਿੱਚ ਜਾਗਦੇ ਰਹਿੰਦੇ ਹਰ ਵੇਲੇ, ਗਿਆਨ ਦੀ ਅਵਸਥਾ ਦੇ ਵਿੱਚ ਹਰ ਵੇਲੇ ਰਹਿੰਦੇ। ਐਸੀ ਗੁਰਮੁਖਾਂ ਨੂੰ ਦਾਤ ਮਿਲੀ ਹੈ। ਨਾ ਅਲੀਆ ਭਾਖੈ, ਉਹਨਾਂ ਦੀਆਂ ਜਿਹੜੀਆਂ ਇੰਦਰੀਆਂ ਨੇ ਉਹ ਵਿਸ਼ਿਆਂ ਨੂੰ ਭਖਦੀਆਂ ਨਹੀਂ, ਭਾਵ ਕਿ ਵਿਕਾਰਾਂ ਨੂੰ ਵੇਖ ਕੇ ਜੋਸ਼ ਵਿੱਚ ਨਹੀਂ ਆਉਂਦੀਆਂ ਹਨ। ਮਹਾਰਾਜ ਜੀ ਦਾ ਬਚਨ ਨਾ, ਬੁਰੇ ਕਾਮ ਕੋ ਊਠ ਖਲੋਇਆ। ਅਸੀਂ ਲੰਮੇ ਪਏ ਆ ਨਾ, ਬੈਠੇ ਹੋਏ ਆ, ਸਾਨੂੰ ਕੋਈ ਬੰਦਾ ਮਾੜਾ ਕੰਮ ਦੱਸੇ ਸਹੀ ਵੀ ਫਲਾਣੀ ਥਾਂ 'ਤੇ ਆਹ ਕੰਮ ਹੋਣਾ, ਸਾਨੂੰ ਉਸੇ ਵੇਲੇ ਜੋਸ਼ ਆ ਜਾਂਦਾ। ਪੈਰ ਵੀ ਉਸੇ ਵੇਲੇ ਸਾਡੇ ਹਰਕਤ ਵਿੱਚ ਆ ਜਾਣਗੇ, ਹੱਥ ਵੀ ਆ ਜਾਣਗੇ, ਸਰੀਰ ਵੀ ਐਂ ਵਧੀਆ ਹੋ ਜਾਏਗਾ ਉਸੇ ਵੇਲੇ ਚੱਲਣ ਵਾਸਤੇ, ਕਿਉਂਕਿ ਅਸੀਂ ਵਿਕਾਰਾਂ ਦਾ ਸੁੱਖ ਲੈਣਾ ਚਾਹੁੰਦੇ ਹਾਂ, ਵਿਕਾਰ ਭੋਗਣ ਵਾਸਤੇ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਜਾਗਤ ਰਹੇ ਨਾ ਅਲੀਆ ਭਖ ਹੈ। ਗੁਰਮੁਖ ਗਿਆਨ ਅਵਸਥਾ ਵਿੱਚ ਜਾਗਦੇ। ਅਲੀਆ ਕਹੀਏ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਦੂਰ ਹੀ ਰੱਖਦੇ, ਉਹਨਾਂ ਨੂੰ ਖਾਣ ਦਾ ਯਤਨ ਨਹੀਂ ਕਰਦੇ ਹਨ। ਪੰਜੋ ਇੰਦਰੀ ਬਸ ਕਰ ਰੱਖੈ। ਇਹ ਜਿਹੜੀਆਂ ਪੰਜ ਇੰਦਰੀਆਂ ਨੇ ਜਿਨ੍ਹਾਂ ਨੂੰ ਗਿਆਨ ਇੰਦਰੀਆਂ ਕਿਹਾ ਜਾਂਦਾ, ਉਹਨਾਂ ਨੂੰ ਗੁਰਮੁਖ ਆਪਣੇ ਵਸ ਵਿੱਚ ਰੱਖਦੇ ਹਨ। ਗੁਰ ਕੀ ਸਾਖੀ ਰੱਖੈ ਚੀਤ। ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਨੂੰ ਹਰ ਵੇਲੇ ਗੁਰੂ ਦੀ ਸਿੱਖਿਆ ਨੂੰ ਕਦੇ ਵੀ ਗੁਰੂ ਦਾ ਸਿੱਖ ਭੁਲਾਉਂਦਾ ਨਹੀਂ ਹੈ। ਸੁਨ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਇੱਕ ਬਾਰ। ਇਹ ਬਾਣੀ ਦਾ ਬਚਨ ਹੈ। ਸੁਨ ਸਾਖੀ, ਸਾਖੀ ਤੋਂ ਭਾਵ ਸਿੱਖਿਆ। ਸਿੱਖਿਆ ਸੁਣ ਕੇ ਮਨ ਜਾਗ ਪਿਆ ਤੇ ਗੁਰਮੁਖਾਂ ਨੇ ਨਾਮ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਕਰਕੇ ਆਪਣੇ ਪਾਪ ਤੋਂ ਛੁਟਕਾਰਾ ਪਾ ਲਿਆ ਹੈ। ਗੁਰ ਕੀ ਸਾਖੀ ਰਾਖੈ ਚੀਤ। ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਨੂੰ ਹਮੇਸ਼ਾ ਚੇਤੇ ਰੱਖਦਾ ਹੈ, ਕਦੇ ਵੀ ਭੁਲਾਉਂਦਾ ਨਹੀਂ ਹੈ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਗੁਰਮੁਖ ਆਪਣਾ ਮਨ ਤੇ ਆਪਣਾ ਤਨ ਜਿਹੜਾ ਹੈ ਇਥੇ ਕ੍ਰਿਸ਼ਨ ਨਾਮ ਪਰਮਾਤਮਾ ਦਾ ਹੈ। ਗੁਰਮੁਖ ਫਿਰ ਆਪਣਾ ਮਨ ਤਨ ਪਰਮਾਤਮਾ ਨੂੰ ਕਹਿ ਦਈਏ ਭੇਟ ਕਰ ਦਿੰਦੇ।
परमात्मा नूं दे दिंदे। तन मन धन सब सौंप गुरु का हुक्म मन्निया पाइए। ऐसी अवस्था उन्होंने मिलती है कि वो गुरमुख अपना तन मन गुरु नूं भेंट कर दिंदे हन। कर पलव साखा विचारे। साखा जिहड़ी सिੱਖਿਆ है उसनूं विचारदे ने ते ये जिहड़ी गुरु की सिੱਖਿਆ विचारनी है इहो ही पल्लव की ये जहाज है। वाहिगुरु नाम जहाज है चढ़े सो उतरे पार। ये बचन जिहड़ी गुरु की सिੱਖਿਆ है ਉਹਨੂੰ ਗੁਰਮੁਖ ਵਿਚਾਰਦੇ ਨੇ। ਗੁਰੂ ਦੀ ਸਿੱਖਿਆ ਹੀ ਗੁਰੂ ਦਾ ਜਹਾਜ਼ ਹੈ। ਇਸ ਦੇ ਉੱਪਰ ਸਵਾਰ ਹੋ ਜਾਂਦੇ ਹਨ ਅਤੇ ਸਵਾਰ ਹੋ ਕੇ ਫਿਰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ। ਜਿਵੇਂ ਜਹਾਜ਼ ਸਮੁੰਦਰ ਤੋਂ ਪਾਰ ਕਰਦਾ ਹੈ ਇਸ ਤਰੀਕੇ ਨਾਲ ਗੁਰਮੁਖੋ ਸੋ ਇਹ ਨਾਮ ਸਾਨੂੰ ਸੰਸਾਰ ਤੋਂ ਪਾਰ ਕਰ ਦਿੰਦਾ ਹੈ। ਆਪਣਾ ਜਨਮ ਨਾ ਜੂਐ ਹਾਰੇ। ਜਿਹੜੇ ਨੇ ਆਪਣਾ ਮਨੁੱਖਾ ਜਨਮ ਜਿਹੜਾ ਹੈ ਇਹ ਸੰਸਾਰ ਰੂਪੀ ਜੂਏ ਵਿੱਚ ਨਹੀਂ ਹਾਰਦੇ। ਸੋ ਇਸ ਮਨੁੱਖਾ ਜਨਮ ਨੂੰ ਉਹਨਾਂ ਨੇ ਜਿੱਤ ਲਿਆ ਹੈ। ਇਹ ਸੰਸਾਰ ਵੀ ਗੁਰਮੁਖੋ ਇੱਕ ਜੂਏ ਦੀ ਬਾਜੀ ਹੈ। ਇੱਥੇ ਅਸੀਂ ਬਾਜੀ ਖੇਡਦੇ ਹਾਂ ਪਰ ਹਾਰ ਕੇ ਹੀ ਤੁਰੇ ਜਾ ਰਹੇ ਹਾਂ। ਗੁਰਮੁਖ ਜਿਹੜੇ ਨੂੰ ਐਸਾ ਕਾਰਜ ਕਰਦੇ ਇਹ ਸੰਸਾਰ ਜੂਏ ਦੇ ਵਿੱਚ ਕਦੇ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਹਾਰਦੇ ਨਹੀਂ ਹਨ। ਅਸੁਰ ਨਦੀ ਕਾ ਬੰਦਾ ਮੂਲ। ਅਸੁਰ ਨਦੀ ਕਿਹੜੀ ਹੈ ਜਿਸ ਨੂੰ ਅਸੁਰੀ ਸੰਪਦਾ ਆਖਿਆ ਜਾਂਦਾ ਹੈ। ਕਹਿਣ ਲੱਗੇ ਭਾਈ ਇਹ ਅਸੁਰੀ ਸੰਪਦਾ ਦਾ ਜਿਹੜਾ ਕਾਰਨ ਮੁੱਢ ਹੈ ਉਹ ਹੈ ਅਗਿਆਨ। ਤੇ ਉਸ ਅਗਿਆਨ ਨੂੰ ਜਿਹੜੇ ਗੁਰਮੁਖ ਨੇ ਉਹ ਬੰਦ ਲੈਂਦੇ ਨੇ। ਅਗਿਆਨ ਦੇ ਵਿੱਚ ਨਹੀਂ ਪੈਂਦੇ ਹਨ। ਅਗਿਆਨ ਨੂੰ ਖਤਮ ਕਰਕੇ ਬੰਦ ਲੈਂਦੇ ਐਸੀ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। ਪਛਮ ਫੇਰ ਚੜਾਵੇ ਸੂਰ। ਜਿਹੜਾ ਮਨ ਹੈ ਪਛਮ ਕਹੀਏ ਸੰਸਾਰ ਦੇ ਵੱਲੋਂ ਫਿਰ ਫੇਰ ਲੈਂਦੇ। ਸੰਸਾਰ ਵਿੱਚ ਨਹੀਂ ਪੈਂਦੇ ਹਨ। ਪਛਮ ਫੇਰ ਇਸ ਮਨ ਨੂੰ ਪਛਮ ਕਹੀਏ ਫੇਰਨਾ ਸੰਸਾਰ ਵੱਲੋਂ ਫੇਰ ਕੇ ਜਿਹੜੇ ਗੁਰਮੁਖ ਨੇ ਉਹ ਕਹਿਣ ਲੱਗੇ ਚੜਾਵਾ ਸੂਰਜ ਦੀ ਤਰ੍ਹਾਂ ਜਿਹੜਾ ਪ੍ਰਕਾਸ਼ਮਾਨ ਪਰਮਾਤਮਾ ਹੈ ਉਹਦੇ ਵਿੱਚ ਚੜਾਵੇ ਕਹੀਏ ਲਾਵੇ। ਸੰਸਾਰ ਵੱਲੋਂ ਫੇਰ ਕੇ ਆਪਣੇ ਮਨ ਨੂੰ ਪਰਮਾਤਮਾ ਦੇ ਵਿੱਚ ਲਾਵੇ। ਜਿਵੇਂ ਬੁੱਲੇ ਨੇ ਪੁੱਛਿਆ ਰੱਬ ਕਿਵੇਂ ਪਾਈਦਾ ਤਾਂ ਉਹਨਾਂ ਨੇ ਆਖਿਆ ਸੀ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪਟਨਾ ਦੇ ਇੱਧਰ ਲਾਉਣਾ ਹੈ। ਇਹ ਸਾਡਾ ਸੰਸਾਰ ਮਨ ਵੱਲ ਲੱਗਾ ਹੈ। ਮਨ ਵੱਲੋਂ ਇਸ ਨੂੰ ਹਟਾ ਕੇ ਪਰਮੇਸ਼ਰ ਦੇ ਵੱਲ ਜੋੜਨਾ ਹੈ। ਇਹੋ ਹੀ ਸੂਰਜ ਦਾ ਚੜ੍ਹਨਾ ਹੈ। ਅਜਰ ਜਰੇ ਸੋ ਨਿਜਰ ਝਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਜਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਜਰੇ ਕਹੀਏ ਸਾੜ ਦੇਵੇ ਜਾਲ ਦੇਵੇ। ਜਿਹੜੇ ਪੰਜ ਵਿਕਾਰ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਸਾੜ ਦੇਣਾ ਕਰੇ। ਜਦੋਂ ਪੰਜ ਵਿਕਾਰ ਸੜ ਜਾਂਦੇ ਫਿਰ ਨਿਜਰ ਝਰੈ ਇੱਕ ਰਸ ਸ੍ਰੇਸ਼ਟ ਜੋ ਬ੍ਰਹਮਾਨੰਦ ਹੈ ਉਹ ਝਰੇ ਕਹੀਏ ਪ੍ਰਾਪਤ ਹੁੰਦਾ ਹੈ। ਉਸ ਦੀ ਦਾਤ ਮਿਲ ਜਾਂਦੀ ਹੈ। ਜਗਨਨਾਥ ਸਿਉ ਗੋਸ਼ਟ ਕਰੈ। ਤੇ ਜਗਨਨਾਥ ਜੋ ਪਰਮਾਤਮਾ ਹੈ ਫਿਰ ਉਹਨਾਂ ਦੇ ਨਾਲ ਗੋਸ਼ਟ ਕਰਦਾ ਹੈ, ਵਿਚਾਰ ਕਰਦਾ ਹੈ, ਸੰਭਾਖਣ ਕਰਦਾ ਹੈ। ਐਸੀ ਦਾਤ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਚੌਮੁਖ ਦੀਵਾ ਜੋ ਦਵਾਰ। ਮਹਾਰਾਜ ਕਹਿਣ ਲੱਗੇ ਜੋ ਅਕਾਲ ਪੁਰਖ ਦੀ ਪ੍ਰਾਪਤੀ ਦਾ ਇਹ ਸਤ ਸੰਗਤ ਰੂਪੀ ਦਵਾਰ ਕਹੀਏ ਦਰਵਾਜ਼ਾ ਹੈ। ਇਹ ਗੁਰੂ ਦੀ ਪ੍ਰਾਪਤੀ ਦਾ ਇਹ ਦਰਵਾਜ਼ਾ ਹੈ ਸਾਧ ਸੰਗਤ। ਤੇ ਇਹ ਸਾਧ ਸੰਗਤ ਦਰਵਾਜ਼ਾ ਗੁਰਮੁਖੋ ਚੌਮੁਖੀਆ ਹੈ। ਇਹ ਸੰਗਤ ਦੇ ਵਿੱਚ ਆਉਣ ਦੇ 4 ਦਰਵਾਜ਼ੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਚਾਰੇ ਪਾਸਿਓਂ ਜਿਹੜਾ ਮਰਜ਼ੀ ਸੰਗਤ ਵਿੱਚ ਆ ਜਾਵੇ। ਸੋ ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਬਚਨ ਇਹ ਹੈ ਇਹ ਗੁਰੂ ਦੀ ਸੰਗਤ ਇੱਕ ਦਰਵਾਜ਼ਾ ਹੈ ਪਰਮਾਤਮਾ ਨੂੰ ਮਿਲਣ ਵਾਲਾ। ਔਰ ਇਹ ਸੰਗਤ ਦੇ 4 ਦਰਵਾਜ਼ੇ ਨੇ ਜਿਹੜੇ ਦਰਵਾਜ਼ਿਓਂ ਵੀ ਕੀ ਆਉਂਦਾ ਉਹਦਾ ਭਲਾ ਹੁੰਦਾ ਹੈ। ਪਲੂ ਅਨੰਤ ਮੂਲ ਵਿਚਕਾਰ। ਇਹ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 5 ਕੋਸ਼ਾਂ ਰੂਪੀ ਪੱਲੂ ਕਹੀਏ ਪੱਤੇ ਹਨ ਅਤੇ ਇਸ ਦੇ ਨਾਲ ਨਾਲ ਅਨੰਤ ਵਿਚਕਾਰ ਅਨੰਤ ਲਾਂਭੇ ਜਿਹੜਾ ਮੂਲ ਅਸ਼ਟਾਂਗ ਰੂਪ ਪਰਮਾਤਮਾ ਹੈ ਉਹ ਇਸ ਦੇ ਵਿਚਕਾਰ ਆ ਕੇ ਸੁਭਾਇਮਾਨ ਹੋਇਆ ਹੈ। ਸਰਬ ਕਲਾ ਲੈ ਆਪੇ ਰਹੈ। ਮਹਾਰਾਜ ਕਹਿਣ ਲੱਗੇ ਸਾਰੀਆਂ ਕਲਾ ਸ਼ਕਤੀਆਂ ਲੈ ਕੇ ਪਰਮਾਤਮਾ ਆਪ ਸੰਗਤ ਵਿੱਚ ਰਹਿੰਦਾ ਹੈ। ਤਾਂ ਹੀ ਆਪਾਂ ਇਹ ਬਚਨ ਕਰਦੇ ਸੰਗਤ ਵਿੱਚ ਬਹੁਤੀਆਂ ਗੱਲਾਂ ਬਾਤਾਂ ਨਾ ਕਰਿਆ ਕਰੋ। ਉਹਦਾ ਕਾਰਨ ਇਹ ਹੈ ਵੀ ਸਰਬ ਕਲਾ ਸੰਪੰਨ ਜੋ ਪਰਮਾਤਮਾ ਹੈ ਨਾ ਉਹ ਸਾਰੀਆਂ ਸ਼ਕਤੀਆਂ ਲੈ ਕੇ ਵਿੱਚ ਆ ਕੇ ਬੈਠਾ ਹੋਇਆ ਹੈ। ਕੀ ਪਤਾ ਕਿਹੜੇ ਵੇਲੇ ਉਹਨੇ ਸਾਨੂੰ ਕਿਹੜੀ ਦਾਤ ਦੇ ਦੇਣੀ ਹੈ। ਸੋ ਇਸ ਕਰਕੇ ਸਰਬ ਕਲਾ ਕਰ ਆਪੇ ਰਹਿ। ਉਹ ਜਿਹੜਾ ਪਰਮਾਤਮਾ ਹੈ ਸਰਬ ਕਲਾ ਸ਼ਕਤੀਆਂ ਲੈ ਕੇ ਆਪ ਸਤ ਸੰਗਤ ਵਿੱਚ ਬੈਠਾ ਹੋਇਆ ਹੈ।
ਮਨ ਮਾਨਕ ਰਤਨਾ ਮੈਂ ਗੁਹੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਕਰਕੇ ਆਪਣੇ ਮਨ ਨੂੰ ਮਾਨਕ ਵਾਂਗੂ ਸ਼ੁੱਧ ਕਰਕੇ ਤੇ ਸ਼ੁਭ ਗੁਣ ਜਿਹੜੇ ਇਹ ਰਤਨਾ ਵਰਗੇ। ਸੋ ਸ਼ੁਭ ਗੁਣਾ ਰੂਪੀ ਰਤਨਾ ਦੇ ਨਾਲ ਆਪਣੇ ਆਪ ਨੂੰ ਗੁੰਦਨਾ ਕਰ। ਸੋ ਸ਼ੁਭ ਗੁਣ ਹੀ ਆਪਣੇ ਵਿੱਚ ਪਰੋ ਲੈਣਾ ਕਰ, ਕਿਉਂਕਿ ਸੰਗਤ ਵਿੱਚ ਪ੍ਰਮਾਤਮਾ ਆਪ ਨਿਵਾਸ ਕਰਦਾ ਹੈ। ਮਸਤਕ ਪਦਮ ਦੁਆਲੇ ਮਣੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਸਤਕ ਜੋ ਸ਼੍ਰੋਮਣੀ ਸਤ ਸੰਗਤ ਰੂਪੀ ਕਮਲ ਫੁੱਲ ਹੈ, ਸੋ ਕਹਿਣ ਲੱਗੇ ਇਸ ਦੇ ਦੁਆਲੇ ਕਰੁਣਾ, ਮੈਤਰੀ, ਮੁਦਤਾ ਇਤਿਆਦਿਕ ਬੜੀਆਂ ਸੋਹਣੀਆਂ ਮਣੀਆਂ ਸੁਭਾਇਮਾਨ ਹੋ ਰਹੀਆਂ ਹਨ। ਮਾਹਿ ਨਿਰੰਜਨ ਤ੍ਰਿਭਵਨ ਧਣੀ। ਇਹ ਸਤ ਸੰਗਤ ਵਿੱਚ ਤਿੰਨਾਂ ਭਵਨਾਂ ਦਾ ਜੋ ਮਾਲਕ ਪ੍ਰਮਾਤਮਾ ਉਹ ਆਪ ਰਾਜਿਆ ਹੋਇਆ ਹੈ। ਪੰਜ ਸ਼ਬਦ ਨਿਰਮਾਇਲ ਬਾਜੇ। ਗੁਰਮੁਖੋ ਇਸ ਸਤ ਸੰਗਤ ਵਿੱਚ ਪੰਜ ਸ਼ਬਦ ਜਿਹੜੇ ਨੇ ਸੁਦੋਹੰ, ਬੁੱਧੋਹੰ, ਇਹ ਸ਼ਬਦਾਂ ਦੇ ਬਾਜੇ ਵੱਜਦੇ ਪਏ। ਨਿਰਵਿਕਾਰ ਹੋਵੰ, ਨਿਰਵਿਕਾਰਹੰ, ਇਹ ਬਾਜੇ ਵੱਜਦੇ ਪਏ। ਇਹ ਗੁਰੂ ਦੀ ਸੰਗਤ ਵਿੱਚ। ਸੋ ਮਹਾਰਾਜ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਹਨ। ਪੰਜ ਸ਼ਬਦ ਨਿਰਮਾਇਲ ਬਾਜੇ। ਪੰਜ ਕਹੀਏ ਸ੍ਰੇਸ਼ਟ ਨਾਮਾ ਰੂਪੀ ਵਾਜੇ ਜਿਹੜੇ ਨੇ ਉਹ ਵੱਜ ਰਹੇ ਨੇ। ਨਿਰਮਾਇਲ ਤੋਂ ਭਾਵ ਹੁੰਦਾ ਸ਼ੁੱਧ। ਇਹ ਜਿਹੜੇ ਸ਼ੁੱਧ ਵਾਜੇ ਨੇ ਗੁਰੂ ਦੀ ਸਿਫਤ ਦੇ ਵਿੱਚ ਇਹ ਵੱਜਦੇ ਪਏ ਸੁਣਾਈ ਦਿੰਦੇ ਹਨ। ਢੋਲਕੇ ਚਵਰ ਸੰਖ ਘਣ ਗਾਜੇ। ਗੁਰੂ ਦੀ ਸੰਗਤ ਵਿੱਚ ਗੁਰੂ ਪਾਤਸ਼ਾਹ ਦੇ ਉੱਪਰ ਸੀਸ ਜਿਹੜਾ ਹੈ, ਸੀਸ ਦੇ ਉੱਪਰ ਚੌਰ ਜਿਹੜਾ ਝੁਲਦਾ ਪਿਆ ਹੈ। ਸੋ ਢੁਲਕੇ ਚਵਰ ਸੰਗਤ ਵਿੱਚ ਗੁਰੂ ਪਾਤਸ਼ਾਹ ਦੇ ਉੱਪਰ ਇਹ ਚੌਰ ਕਹੀਏ ਢੁਲਕਦਾ ਪਿਆ ਹੈ, ਚੌਰ ਹੋ ਰਿਹਾ ਹੈ। ਗੁਰਮੁਖੋ ਚੌਰ ਕਰਨ ਦੀ ਵੀ ਬੜੀ ਵੱਡੀ ਸੇਵਾ ਹੈ। ਗੁਰੂ ਪਾਤਸ਼ਾਹ ਦੇ ਸੀਸ ਦੇ ਉੱਪਰ ਚੌਰ ਕਰਨਾ ਇਹ ਬੜੀ ਵੱਡੀ ਸੇਵਾ ਹੈ। ਸਾਡੇ ਕੋਲ ਜਿੰਨਾ ਸਮਾਂ ਹੋਵੇ ਨਾ ਸੰਗਤ ਵਿੱਚ, ਜਿੰਨਾ ਸਮਾਂ ਬੈਠਦੇ ਹੋ, ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਭਾਵੇਂ ਮਿਲੇ, ਗੁਰੂ ਪਾਤਸ਼ਾਹ ਦੇ ਉੱਪਰ ਚੌਰ ਕਰਨਾ ਬੜਾ ਵੱਡਾ ਫਲ ਹੈ ਸੰਗਤ ਵਿੱਚ ਬੈਠਿਆਂ ਹੋਇਆਂ। ਸੋ ਮਹਾਰਾਜ ਜੀਆਂ ਦਾ ਸਿੱਖ ਹੈ 10ਵੇਂ ਪਾਤਸ਼ਾਹ ਦਾ ਭਾਈ ਕੀਰਤੀਆ, ਮਹਾਰਾਜ ਦੇ ਸੀਸ ਦੇ ਉੱਪਰ ਚੌਰ ਕਰਦਾ ਸੀ। ਸੋ ਗੁਰਮੁਖੋ ਇਹਦੇ ਪਿਤਾ ਨੂੰ ਕਿਸੇ ਪਾਪ ਕਰਕੇ ਰਿਛ ਬੰਨਣਾ ਪੈ ਗਿਆ। ਜਦੋਂ ਮਦਾਰੀ ਰਿਛ ਲੈ ਕੇ ਆਇਆ ਨਾ ਮਹਾਰਾਜ ਦੇ ਕੋਲ, ਤੇ ਸਤਿਗੁਰਾਂ ਨੇ ਆਖਿਆ, ਕਹਿਣ ਲੱਗੇ ਭਾਈ ਕੀਰਤੀਆ ਪਿਛਲੇ ਜਨਮ ਦਾ ਤੇਰਾ ਪਿਤਾ ਹੈ। ਬੜਾ ਹੈਰਾਨ ਹੋਇਆ ਮਹਾਰਾਜ, ਮੇਰਾ ਪਿਤਾ ਰਿਛ ਕਿਉਂ ਬਣਿਆ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨੇ ਸਿੱਖ ਨੂੰ ਮਾੜਾ ਬਚਨ ਬੋਲਿਆ ਸੀਗਾ ਤੇ ਸਿੱਖ ਦੇ ਬਚਨਾਂ ਕਰਕੇ ਇਹ ਰਿਛ ਬਣਿਆ ਹੈ। ਉਸ ਵੇਲੇ ਭਾਈ ਕੀਰਤੀਆ ਜੀ ਨੇ ਆਖਿਆ, ਮਹਾਰਾਜ ਮੈਂ ਆਪ ਜੀ ਦੇ ਘਰ ਦੇ ਵਿੱਚ ਆਪ ਜੀ ਦੇ ਸੀਸ ਦੇ ਉੱਪਰ ਚੌਰ ਦੀ ਸੇਵਾ ਕਰਦਾ ਹਾਂ। ਮਹਾਰਾਜ ਕਿਰਪਾ ਕਰੋ, ਮੇਰੀ ਸੇਵਾ ਨੂੰ ਥਾਏ ਪਾਉਂਦਿਆਂ ਹੋਇਆਂ ਮੇਰੇ ਪਿਤਾ ਨੂੰ ਮੁਕਤ ਕਰ ਦਿਓ। ਮਹਾਰਾਜ ਜੀਆਂ ਨੇ ਬਚਨ ਸੁਣਿਆ। ਉਸ ਮਦਾਰੀ ਦੇ ਕੋਲੋਂ ਉਹ ਰਿਛ ਮਹਾਰਾਜ ਨੇ ਖਰੀਦ ਲਿਆ ਤੇ ਫਿਰ ਸੰਗਤ ਸਿੰਘਾਂ ਨੂੰ ਆਖਿਆ, ਕਹਿੰਦੇ ਲਿਆਓ ਭਾਈ ਕੜਾਹ ਪ੍ਰਸ਼ਾਦ ਬਣਾ ਕੇ ਲਿਆਓ। ਕੜਾਹ ਪ੍ਰਸ਼ਾਦ ਬਣਾਇਆ, ਅਰਦਾਸ ਕੀਤੀ। ਜਿਹੜਾ ਵਰਤਾਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਿਲਿਆ ਨਾ ਪ੍ਰਸ਼ਾਦ ਦਾ, ਉਹ ਕੁਝ ਮਹਾਰਾਜ ਨੇ ਛਕਿਆ ਤੇ ਕੁਝ ਉਸ ਰਿਛ ਨੂੰ ਪਾ ਦਿੱਤਾ। ਜਦੋਂ ਰਿਛ ਨੇ ਉਹ ਪ੍ਰਸ਼ਾਦ ਖਾਧਾ ਤੇ ਉਹਦੀ ਦੇਹ ਛੁੱਟ ਗਈ, ਉਸ ਵੇਲੇ ਮੁਕਤ ਹੋ ਗਿਆ। ਇਹ ਐਸੀ ਦਾਤ ਹੈ। ਸੰਗਤ ਵਿੱਚ ਚੌਰ ਕਰਨ ਦਾ ਬੜਾ ਵੱਡਾ ਮਹਾਤਮ ਹੈ। ਸਤਿਗੁਰੂ ਸਾਡੇ ਕਈ ਪਾਪ, ਕਈ ਗੁਨਾਹ ਤੇ ਕਈ ਜਨਮ ਜਿਹੜੇ ਨੇ ਉਹ ਮਾਫ ਕਰ ਦਿੰਦੇ ਨੇ। ਐਸੀ ਦਾਤ ਹੈ ਗੁਰੂ ਦੇ ਉੱਪਰ ਚੌਰ ਦੀ ਸੇਵਾ। ਸੰਗਤਾਂ ਮੰਗ ਕੇ ਲੈਂਦੀਆਂ ਆਪ ਵੀ ਸਾਨੂੰ ਇਹ ਸੇਵਾ ਮਿਲੇ। ਇਸ ਕਰਕੇ ਸੰਗਤ ਵਿੱਚ ਜਦੋਂ ਆਪ ਆਉਂਦੇ ਹੋ, ਗੁਰੂ ਦਰਬਾਰ ਵਿੱਚ ਆਉਂਦੇ ਹੋ, ਤੇ ਉਦੋਂ ਇਹ ਸੇਵਾ ਜ਼ਰੂਰ ਕਰਿਆ ਕਰੋ। ਸੋ ਬੀਬੀਆਂ ਵੀ ਇਹ ਸੇਵਾ ਕਰ ਸਕਦੀਆਂ ਔਰ ਸਿੰਘ ਵੀ ਇਹ ਸੇਵਾ ਕਰ ਸਕਦੇ। ਐਸੀ ਸੇਵਾ ਕਰਕੇ ਲਾਹਾ ਪ੍ਰਾਪਤ ਕਰਿਆ ਕਰੋ। ਸਤਿਗੁਰੂ ਜਨਮਾਂ ਦੇ ਨਿਬੇੜੇ ਕਰ ਦਿੰਦੇ। ਐਸੀ ਦਾਤ ਇਸ ਚੌਰ ਦੀ ਸੇਵਾ ਵਿੱਚੋਂ ਮਿਲਦੀ ਹੈ। ਫਿਰ ਫਰਮਾਉਂਦੇ ਹਨ, ਢੁਲਕੇ ਚਵਰ ਸੰਖ ਘਣ ਗਾਜੇ। ਮਹਾਰਾਜ ਦੇ ਘਰ ਦੇ ਵਿੱਚ ਇਹ ਜਸ ਰੂਪੀ ਚੌਰ ਹੋ ਰਿਹਾ। ਇਹ ਜਿਹੜਾ ਆਪਾਂ ਜਸ ਕਰਦੇ ਪਏ ਨਾ, ਵਡਿਆਈ ਕਰਦੇ ਪਏ, ਇਹ ਵੀ ਇੱਕ ਚੌਰ ਹੀ ਹੋ ਰਿਹਾ। ਗੁਰਮੁਖੋ ਗੁਰੂ ਦੀ ਵਡਿਆਈ ਕਰਨੀ, ਇਹ ਗੁਰੂ ਦਾ ਜਸ ਰੂਪੀ ਚੌਰ ਸੰਗਤ ਵਿੱਚ ਹੁੰਦਾ ਹੈ। ਅਤੇ ਸ਼ੰਖ ਘਣ ਗਾਜੈ, ਅਸੰਖ ਜੋ ਪਰਮਾਤਮਾ ਹੈ ਉਹ ਘਣ ਕਹੀਏ ਇੱਕ ਰਸ, ਗਾਜੈ ਕਹੀਏ ਪ੍ਰਗਟ ਹੋ ਰਿਹਾ ਹੈ। ਅਸੰਖ ਪਰਮਾਤਮਾ ਸੰਗਤ ਵਿੱਚ ਆ ਪ੍ਰਗਟ ਹੋ ਰਿਹਾ ਹੈ। ਦਲਮਲ ਦੈਤੋ ਗੁਰਮੁਖ ਗਿਆਨ। ਗੁਰਮੁਖੋ ਸਤ ਸੰਗਤ ਵਿੱਚ ਆ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਜਿਹੜੇ ਦੈਂਤ ਨੇ ਇਹਨਾਂ ਨੂੰ ਮਲ ਦਿੱਤਾ ਜਾਂਦਾ ਹੈ, ਇਹਨਾਂ ਨੂੰ ਪਛਾੜ ਦਿੱਤਾ ਜਾਂਦਾ। ਉਸ ਵੇਲੇ ਲੈਣੀ ਜਾਚੈ ਤੇਰਾ ਨਾਮ। ਗੁਰਮੁਖ ਗਿਆਨ ਤੇ ਗੁਰਮੁਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਜਿਹੜੀ ਹੈ ਸੰਗਤ ਵਿੱਚ ਮਿਲਦੀ ਹੈ। ਦਲਮਲ
ਮਹਾਰਾਜ ਕਹਿਣ ਲੱਗੇ ਦੈਤੋਂ, ਇਹ ਜਿਹੜੇ ਦੈਂਤ ਨੇ ਨਾ ਕਾਮ ਕ੍ਰੋਧ, ਇਹਨਾਂ ਨੂੰ ਸੰਗਤ ਵਿੱਚ ਮਲ ਦਿੱਤਾ ਜਾਂਦਾ ਹੈ। ਅਤੇ ਬੇਣੀ ਜੀ ਕਹਿੰਦੇ ਗੁਰਮੁਖਾਂ ਨੂੰ ਸੰਗਤ ਵਿੱਚੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਬੇਣੀ ਜਾਚੈ ਤੇਰਾ ਨਾਮ, ਭਗਤ ਬੇਣੀ ਜੀ ਕਹਿੰਦੇ ਆ ਪਰਮਾਤਮਾ ਮੈਂ ਤੇਰੇ ਕੋਲੋਂ ਕੇਵਲ ਤੇ ਕੇਵਲ ਇੱਕ ਨਾਮ ਹੀ ਮੰਗਦਾ ਹਾਂ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਮਹਾਰਾਜ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸੋ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਇਸ ਕਰਕੇ ਕੇਵਲ ਤੇ ਕੇਵਲ ਮੈਂ ਤੁਹਾਡੇ ਕੋਲੋਂ ਨਾਮ ਹੀ ਮੰਗਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ। ਇਸ ਤਰ੍ਹਾਂ ਇਹ ਭਗਤ ਬੇਣੀ ਜੀਆਂ ਨੇ ਆਪਣਾ ਦੂਜਾ ਸ਼ਬਦ ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਇਆ ਹੈ। ਇਹਨਾਂ ਦਾ ਤੀਜਾ ਸ਼ਬਦ ਅੱਗੇ ਪ੍ਰਭਾਤੀ ਰਾਗ ਵਿੱਚ ਜਾ ਕੇ ਆਪਾਂ ਸਰਵਣ ਕਰਾਂਗੇ। ਇੱਥੇ ਗੁਰਮੁਖੋ ਰਾਮਕਲੀ ਰਾਗ ਦੀ ਸੰਪੂਰਨਤਾਈ ਮਹਾਰਾਜ ਨੇ ਬਖਸ਼ੀ ਹੈ। 469 ਸ਼ਬਦ ਜਿਹੜੇ ਨੇ ਉਹ ਰਾਮਕਲੀ ਰਾਗ ਦੇ ਵਿੱਚ ਕੁੱਲ ਆਏ ਨੇ, ਜਿਹੜੇ ਆਪਾਂ ਸਰਵਣ ਕੀਤੇ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦਾ 18ਵਾਂ ਨੰਬਰ ਹੈ। 31 ਰਾਗਾਂ ਦੇ ਵਿੱਚੋਂ ਇਹ 18 ਰਾਗ ਇੱਥੇ ਸੰਪੂਰਨ ਹੋ ਗਏ ਨੇ। ਕੱਲ੍ਹ ਨੂੰ 19 ਨੰਬਰ ਜੋ ਰਾਗ ਹੈ ਨਟ ਰਾਗ, ਉਹਦੀ ਕੱਲ੍ਹ ਨੂੰ ਪ੍ਰਾਰੰਭਤਾ ਆਪਾਂ ਕਰਾਂਗੇ। ਸੋ ਅੱਜ ਦੇ ਸਮੇਂ ਦੀ ਸਮਾਪਤੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇਹ ਭਗਤੀ ਯੋਗ ਹੈ। ਕੱਲ੍ਹ ਵੀ ਆਪਾਂ ਇਹ ਸ਼ਬਦ ਸਰਵਣ ਕੀਤਾ ਸੀ, ਕੱਲ੍ਹ ਹਠ ਯੋਗ, ਅੱਜ ਉਸੇ ਸ਼ਬਦ ਵਿੱਚੋਂ ਭਗਤੀ ਯੋਗ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ, ਸੰਗਤ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ, ਇਹ ਮਹਾਰਾਜ ਨੇ ਸਾਨੂੰ ਅੱਜ ਬਖਸ਼ੀ ਹੈ। ਗੁਰੂ ਕਿਰਪਾ ਕਰੇ। ਦਿਓ ਸੱਜਣ ਅਸੀਸੜੀਆਂ ਜੋ ਵੈ ਸਾਹਿਬ ਸਿਓ ਮੇਲੋ। ਤਲਮਲ ਦਤ ਹੋ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।